होवै सिफत खसम दी, नूर अरसों कुरसों चट्टियै। तुद डिठे सच्चे पातशाह, मल जन्म जन्म दी कट्टियै। सज्जन सच्चा पातशाहो, सिर शाहां दा शाहो। जिस पास बैठिया सोही है, सबना दा विसाहो। वाहिगुरु साहिब जीओ। माझ महला तीजा, सब घाट आपे भोगणहारा। अलख वरतै अगम अपारा, सब घट आपे भोगणहारा। अलख वरतै अगम अपारा, गुर कै शब्द मेरा हर प्रभ ध्याइयै। सहजे सच समावणिया, हऊँ वारी जियों वारी। गुर शब्द मन वसावणिया, शब्द सूझै तां मन स्यों लूझै। मनसा मार समावणिया, हऊँ वारी जियों वारी। गुर शब्द मन वसावणिया, शब्द सूझै तां मन स्यों लूझै। मनसा मार समावणिया। वाहिगुरु जी का खालसा, वाहिगुरु जी की फतेह। परम सत्कारयोग गुरु रूप गुरु प्यारी गुरु सवारी सतगुरां दी साजी नवाजी साध संगत, आप जी वड्डियां भागां वाले हो जो दीन दुनिया दे मालक हो। सतगुरु श्री गुरु ग्रंथ साहिब जी महाराज जी दी पावन पवित्र हजूरी अंदर सुभाईमान हो के सतगुरां दी तुर की बाणी दी शब्द विचार नाल जुड़ रहे हो। गुरु घर दे प्यारे कीर्तनियां दे पासों बड़े ही प्रेम शरधा दे नाल आप जी ने पावन इलाही बाणी दा कीर्तन सरवण कीता है। आओ कुछ समय दे लई अपने मन चित्त नूं एकाग्र करके सतगुरां दी गुरबाणी दी विचार दे नाल अपने मनुए नूं जोड़िए, मन नूं जोड़िए। अज दा जो साडा शब्द असी विचारना है, ये गुरु ग्रंथ साहिब जी दे पावन अंग दे उत्ते 113 दे उत्ते सुशोभित है, अंकित है। माझ राग दे अंदर तीसरे पातशाह सतगुरु श्री गुरु अमरदास जी महाराज उन्हां दी पावन बाणी अष्टपदियां चल रही हैं। हुण तक उन्हां दियां 5 अष्टपदियां हो चुकियां हैं ते तीजे पातशाह गुरु अमरदास जी दी 6वीं अष्टपदी अज आरंभ करन लगे हाँ। इस
ਸਿਰਲੇਖ ਦੇ ਅੰਦਰ, ਇਸੇ ਘਰ ਦੇ ਅੰਦਰ, ਇਸੇ ਲੜੀ ਵਿੱਚ ਸਭ ਤੋਂ ਪਹਿਲਾਂ ਇੱਕ ਅਸ਼ਟਪਦੀ ਗੁਰੂ ਨਾਨਕ ਦੇਵ ਜੀ ਦੀ ਆਈ ਸੀ। ਫਿਰ ਹੁਣ ਤੱਕ 5 ਗੁਰੂ ਅਮਰਦਾਸ ਜੀ ਦੀਆਂ ਆ ਚੁੱਕੀਆਂ, ਕੁੱਲ ਗਿਣਤੀ 6 ਹੋ ਗਈ। ਹੁਣ 7ਵੀਂ ਤੀਜੇ ਪਾਤਸ਼ਾਹ ਜੀ ਦੀ 6ਵੀਂ, ਉਂਝ ਗਿਣਤੀ ਮੁਤਾਬਕ 7ਵੀਂ ਅਸ਼ਟਪਦੀ ਮਾਝ ਰਾਗ ਦੇ ਅੰਦਰ 113 ਅੰਗ ਤੇ ਤੀਜੇ ਪਾਤਸ਼ਾਹ ਜੀ ਦੀ ਅਸੀਂ ਵਿਚਾਰਨ ਲੱਗੇ ਹਾਂ। ਮਾਝ ਮਹੱਲਾ ਤੀਜਾ। ਮਾਝ ਰਾਗ ਦਾ ਨਾਮ ਹੈ ਜੀ। ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ, ਉਹਨਾਂ ਦੀ ਰਸਨਾ ਤੋਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਹੋਇਆ ਹੈ। ਸਭ ਘਟ ਆਪੇ ਭੋਗਣਹਾਰਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਉਹ ਤਾਂ ਹਰੇਕ ਜਰਰੇ ਜਰਰੇ ਦੇ ਅੰਦਰ, ਹਰੇਕ ਕਣ ਕਣ ਦੇ ਅੰਦਰ ਪ੍ਰਭੂ ਦਾ ਦੀਦਾਰ ਕਰਦੇ ਹਨ ਅਤੇ ਸਾਨੂੰ ਵੀ ਸਮਝਾਉਂਦੇ ਹਨ ਕਿ ਅਗਰ ਤੁਸੀਂ ਗੁਰਬਾਣੀ ਨਾਲ, ਸ਼ਬਦ ਨਾਲ ਚਿੱਤ ਲਾਓਗੇ, ਮਨ 'ਚ ਬਾਣੀ ਦਾ ਸ਼ਬਦ ਵਸਾਓਗੇ ਅਤੇ ਸੱਚ ਜਾਣਿਓ ਗੁਰਮੁਖੋ, ਸਤਿਗੁਰੂ ਦੀ ਬਾਣੀ ਦੀ ਬਖਸ਼ਿਸ਼ ਦੇ ਨਾਲ ਤੁਹਾਡੀ ਵੀ ਦ੍ਰਿਸ਼ਟੀ ਐਸੀ ਖੁੱਲ੍ਹ ਜਾਏਗੀ ਕਿ ਉਹ ਵਾਹਿਗੁਰੂ ਹਰੇਕ ਹਿਰਦੇ ਦੇ ਅੰਦਰ ਤੁਹਾਨੂੰ ਦਿਸਣ ਲੱਗ ਜਾਏਗਾ। ਬਾਬਾ ਫਰੀਦ ਜੀ ਜੋ ਬਹੁਤ ਵੱਡੇ ਭਗਤ ਹੋਏ ਹਨ, ਉਹ ਕਹਿੰਦੇ ਨੇ ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗ ਵਾ। ਕਹਿੰਦੇ ਜਿੰਨੇ ਵੀ ਬੰਦੇ ਤੁਰੇ ਫਿਰਦੇ ਨਾ, ਛੋਟਾ ਵੱਡਾ, ਗਰੀਬ ਅਮੀਰ, ਹਰੇਕ ਦਾ ਦਿਲ ਮੋਤੀ ਵਰਗਾ ਕੀਮਤੀ ਹੈ। ਕਿਸੇ ਦਾ ਦਿਲ ਨਾ ਢਾਈ, ਠੋਕਰ ਨਾ ਮਾਰੀ। ਨਾਲ ਅਗਲੀ ਗੱਲ ਕਹਿ ਦਿੱਤੀ, ਜੇ ਤੋ ਫਰੀਦਾ ਜੇ ਤੋ ਪ੍ਰਿਆ ਦੀ ਸਿੱਖ। ਜੇ ਤੈਨੂੰ ਰੱਬ ਦੀ ਖੁਸ਼ੀ ਚਾਹੀਦੀ, ਉਹਨੂੰ ਮਿਲਣਾ ਚਾਹੁੰਦਾ, ਤਾਂ ਹਿਆਓ ਨਾ ਠਾਹੀ ਕਹੀਦਾ। ਤਾਂ ਫਿਰ ਵੇਖੀ ਜ਼ਿੰਦਗੀ ਵਿੱਚ ਕਿਸੇ ਦਾ ਦਿਲ ਨਾ ਤੋੜੀ, ਧੋਖਾ ਨਾ ਕਰੀ, ਬੇਈਮਾਨਾ ਨਾ ਕਰੀ ਕਿਸੇ ਦੇ ਨਾਲ, ਜੇ ਰੱਬ ਦੀ ਖੁਸ਼ੀ ਚਾਹੁੰਦਾ। ਕਿਉਂਕਿ ਹਰੇਕ ਬੰਦੇ ਦੇ ਅੰਦਰ ਉਹਦਾ ਵਾਸਾ ਹੀ ਹੈ। ਕਈ ਬੰਦੇ ਜ਼ਿੰਦਗੀ ਵਿੱਚ ਬੁਰਾਈ ਕਰਨ ਵਾਲੇ ਮਿਲ ਜਾਂਦੇ, ਅਕਸਰ ਮਿਲਦੇ। ਸਵਾਲ ਹੁੰਦਾ ਕਿ ਉਹਨਾਂ ਦੇ ਵਿੱਚ ਵੀ ਹੈ ਤਾਂ ਉਹਨਾਂ ਵਿੱਚ ਵੀ, ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ। ਜਿਵੇਂ ਕਿਸੇ ਬੰਦੇ ਦੀ ਜੇਬ ਵਿੱਚ ਕੀਮਤੀ ਚੀਜ਼ ਪਈ ਹੋਵੇ, ਪਰ ਉਹਨੂੰ ਲੱਗਦਾ ਹੈ ਨਹੀਂ ਮੇਰੇ ਕੋਲ, ਹੁੰਦੀ ਉਹਦੇ ਕੋਲ ਹੀ ਹੈ, ਪਰ ਉਹਦੀ ਸਮਝ ਨਾ ਹੋਣ ਕਰਕੇ ਉਹ ਤੋਂ ਖਾਲੀ ਰਹਿ ਜਾਂਦਾ ਹੈ। ਇਉਂ ਕਈ ਬੰਦੇ, ਸਭਨਾਂ ਦੇ ਕੋਲ ਦਿਲ ਦੇ ਵਿੱਚ ਪ੍ਰੇਮ ਹੈ, ਦਇਆ ਹੈ। ਹਰ ਕਿਸੇ ਦਾ ਦਿਲ ਮੋਤੀ ਹੀਰੇ ਵਰਗਾ ਹੈ। ਜੇ ਉਹ ਨਹੀਂ ਸਮਝ ਰਿਹਾ ਤਾਂ ਤੂੰ ਇੱਦਾਂ ਕਰ ਸਕਦਾ ਕਿ ਵਿਵਹਾਰਿਕ ਤੌਰ 'ਤੇ ਉਹ ਤੋਂ ਪਿੱਛੇ ਹਟ ਸਕਦਾ, ਪਰ ਨਫ਼ਰਤ ਨਹੀਂ ਕਰ ਸਕਦਾ। ਕਿਸੇ ਵੀ ਇਨਸਾਨ ਦੇ ਨਾਲ ਗੁਰਸਿੱਖ ਕਦੇ ਵੀ ਨਫ਼ਰਤ ਨਹੀਂ ਕਰਦਾ, ਚਾਹ ਕੇ ਵੀ ਨਹੀਂ ਕਰਦਾ। ਦੋ ਤਰੀਕੇ ਹੁੰਦੇ ਜ਼ਿੰਦਗੀ ਦੇ ਜਾਂ ਜੀਵਨ ਦੇ ਅੰਦਰ, ਇੱਕ ਪਰਮਾਰਥਿਕ, ਇੱਕ ਵਿਵਹਾਰਿਕ। ਵਿਵਹਾਰਿਕ ਤੌਰ 'ਤੇ ਸਾਨੂੰ ਬਚਣਾ ਪੈਂਦਾ, ਚੋਰ ਤੋਂ ਵੀ ਬਚਣਾ ਪੈਂਦਾ, ਠੱਗ ਤੋਂ ਵੀ ਬਚਣਾ ਪੈਂਦਾ ਹੈ, ਔਰ ਅਸੀਂ ਬਚਣਾ ਵੀ ਹੈ।
ਪਰ ਜਦੋਂ ਪਰਮਾਰਥਿਕ ਤੌਰ 'ਤੇ ਹੁੰਦੇ ਫਿਰ ਅਸੀਂ ਸਾਰੇ ਇਨਸਾਨਾਂ ਵਿੱਚ ਪ੍ਰਭੂ ਨੂੰ ਵੇਖਦੇ ਹਾਂ। ਅੰਤਰਾਤਮੇ ਸਾਡੇ ਮਨ 'ਚ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੁੰਦੀ। ਜਿੱਦਣ ਇਹ ਗੱਲ ਦੀ ਸਮਝ ਆ ਗਈ, ਇਹ ਇੱਕ ਤਰ੍ਹਾਂ ਦਾ ਕਹਿ ਲਓ ਗੁਰਮੁਖੋ ਤਰੀਕਾ ਹੀ ਹੈ, ਜੁਗਤੀ ਹੈ ਜੀਵਨ ਦੀ। ਜਿੰਨਾ ਚਿਰ ਇਹ ਆਉਂਦੀ ਨਹੀਂ, ਜਿੰਨਾ ਸਮਾਂ ਇਹ ਸਾਡੇ ਹੱਥ ਨਹੀਂ ਲੱਗੀ, ਉਹਨਾਂ ਸਮਾਂ ਤੂੰ ਤੇਰੀ ਮੈਂ ਮੇਰੀ, ਆਪਣਾ ਬਗਾਨਾ, ਚੰਗਾ ਮਾੜਾ ਬਣਿਆ ਰਹੇਗਾ। ਜਿਸ ਦਿਨ ਗੁਰੂ ਦੀ ਕਿਰਪਾ ਨਾਲ ਇਸ ਗੱਲ ਦੀ ਸਮਝ ਆ ਗਈ, ਦੂਜੇ ਨੂੰ ਕਿਸੇ ਨੂੰ ਸਮਝ ਲੱਗੇ ਨਾ ਲੱਗੇ, ਖਬਰ ਲੱਗੇ ਨਾ ਲੱਗੇ, ਤੁਹਾਡੇ ਆਪਣੇ ਅੰਦਰਲੇ ਨੂੰ ਇਸ ਗੱਲ ਦੀ ਖਬਰ ਲੱਗ ਜਾਏਗੀ ਕਿ ਫਰਕ ਕੀ ਹੈ, ਸੰਸਾਰਕ ਤੌਰ 'ਤੇ ਕਿਸੇ ਨਾਲ ਕਿਵੇਂ ਵਿਵਹਾਰ ਕਰਨਾ, ਅੰਦਰੋਂ ਕਿਸ ਤਰੀਕੇ ਕਿਸੇ ਨਾਲ ਪਿਆਰ ਕਰਨਾ। ਇਹ ਸਾਰੀ ਸਮਝ ਗੁਰਸਿੱਖ ਨੂੰ ਪੈ ਜਾਂਦੀ ਹੈ। ਫਿਰ ਉਹ ਅੰਦਰੋਂ ਇੰਨਾ ਕੋਮਲ ਹੁੰਦਾ ਹੈ, ਭਾਵੇਂ ਵਿਵਹਾਰਕ ਤੌਰ 'ਤੇ ਕਿਤੇ ਨਾ ਕਿਤੇ ਉਹਦੇ ਕਿਸੇ ਕੰਮ 'ਚ ਕਠੋਰਤਾ ਹੀ ਹੋਵੇ। ਜਿਵੇਂ ਮਾਂ ਦਾ ਦਿਲ ਇਹ ਜਾਣੇ ਕਿ ਕਿੰਨਾ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਦੱਸ ਨਹੀਂ ਸਕਦੀ, ਕੋਈ ਦੱਸ ਸਕਦੀ ਮਾਂ? ਪਰ ਕਿਤੇ ਨਾ ਕਿਤੇ ਮਾਂ ਵੀ ਆਪਣੇ ਬੱਚੇ ਨੂੰ ਝਿੜਕਦੀ, ਡਾਂਟਦੀ। ਕਾਰਨ ਕੀ ਹੈ? ਉਹਦੇ ਨਾਲ ਨਫ਼ਰਤ ਨਹੀਂ ਹੈ, ਉਹ ਇੱਕ ਵਿਵਹਾਰਕ ਸੱਤਾ ਹੈ, ਉਹਦੇ ਵਿੱਚ ਰਹਿੰਦੀ ਹੈ। ਅਤੇ ਉਹਨੂੰ ਪਤਾ ਹੈ ਕਿ ਅੱਜ ਇਹਨੂੰ ਜੇ ਨਾ ਮੈਂ ਇਸ ਤਰੀਕੇ ਝਿੜਕਾਂਗੀ ਜਾਂ ਡਾਂਟਾਂਗੀ ਅਤੇ ਫਿਰ ਕੱਲ੍ਹ ਨੂੰ ਧੋਖਾ ਖਾਏਗਾ, ਗਲਤੀ ਕਰੇਗਾ, ਇਹ ਔਗਣ ਇਹਦੇ ਅੰਦਰ ਵਸ ਜਾਣਗੇ। ਇਸ ਲਈ ਔਗਣਾਂ ਨੂੰ ਦੂਰ ਕਰਨ ਲਈ ਪਿਆਰ ਵੀ ਮਾਂ ਕਰਦੀ ਹੈ, ਪੁਚਕਾਰਦੀ ਵੀ ਹੈ, ਖਾਣ ਪੀਣ ਨੂੰ ਦਿੰਦੀ, ਲਾਲਚ ਵੀ ਦਿੰਦੀ, ਆਹ ਲੈ ਲੈ। ਪਰ ਜਦੋਂ ਕੰਡਾ ਜ਼ਿਆਦਾ ਚੁਭਿਆ ਹੋਵੇ ਫਿਰ ਕੰਡੇ ਨਾਲ ਕੰਡਾ ਕੱਢਦੀ ਹੈ, ਫਿਰ ਡਾਂਟਦੀ ਹੈ, ਝਿੜਕਦੀ ਹੈ, ਡਰਾਉਂਦੀ ਹੈ, ਪਰ ਅੰਦਰੋਂ ਪਿਆਰ ਕਰਦੀ ਹੈ। ਉਹਨੂੰ ਪਤਾ ਮੇਰਾ ਪੁੱਤਰ ਹੈ, ਇਹ ਮੇਰੀ ਕੁਲ ਦਾ ਚਾਨਣ ਹੈ, ਦੀਵਾ ਹੈ, ਸੂਰਜ ਹੈ, ਇਹਨੂੰ ਮੈਂ ਪਿਆਰ ਕਰਨਾ। ਅਰਦਾਸਾਂ ਮਾਵਾਂ ਕਰਦੀਆਂ ਆਪਣੇ ਬੱਚਿਆਂ ਲਈ। ਕਿਤੇ ਜ਼ਿੰਦਗੀ ਦੇ ਵਿੱਚੋਂ ਕੋਈ ਬਾਲ ਚਲਾ ਜਾਏ ਨਾ, ਦੁਨੀਆ ਦੀ ਕੋਈ ਚੀਜ਼ ਉਹ ਘਾਟ ਪੂਰੀ ਕਰ ਨਹੀਂ ਸਕਦੀ। ਉਹ ਐਡਾ ਵੱਡਾ ਦੁੱਖ ਹੁੰਦਾ ਹੈ। ਦੁਨੀਆ ਦੇ ਸਾਰੇ ਪਦਾਰਥ ਉਹਨੂੰ ਦੇ ਦਿਓ, ਚੰਗੀ ਮਾਂ ਦੀ ਗੱਲ ਹੈ। ਇੱਕ ਤਾਂ ਅੱਜ ਕੱਲ੍ਹ ਤੇ ਫੋਨ ਦੀਆਂ ਚੇਲੀਆਂ ਨੇ, ਉਹਨਾਂ ਦੀ ਮਾਂ ਵੀ ਫੋਨ, ਅਤੇ ਧੀ ਵੀ ਫੋਨ, ਅਤੇ ਪਿਓ ਵੀ ਫੋਨ, ਅਤੇ ਪੁੱਤ ਵੀ ਫੋਨ। ਉਹਨਾਂ ਨੇ ਕੁਛ ਨਹੀਂ ਲੈਣਾ ਦੇਣਾ ਉਹਨਾਂ ਨੂੰ। ਅਤੇ ਹਜੇ ਮੈਂ ਸਮਝ ਰਿਹਾ ਵੀ ਉਹ ਕਿਹੜੀ ਕੁਆਲਿਟੀ ਹੈ ਜਾਂ ਹੈ ਕੀ ਹੈ, ਮੈਨੂੰ ਸਮਝ ਨਹੀਂ ਆਈਆਂ। ਜਿੰਨੀ ਕੁ ਮੈਨੂੰ ਸਮਝ ਹੈ ਮਾਂ ਦੀ, ਮੈਂ ਉਨੀ ਕੁ ਗੱਲ ਦੱਸ ਰਿਹਾ। ਇਹਨਾਂ ਦੀ ਗੱਲ ਨਾ ਕਰਿਓ ਵੀ ਅੱਜ ਕੱਲ੍ਹ ਇੱਦਾਂ ਦੀਆਂ ਵੀ ਹੁੰਦੀਆਂ, ਰੋਡਾਂ 'ਤੇ ਨਿਆਣਿਆਂ ਨੂੰ ਸੁੱਟ ਦਿੰਦੀਆਂ, ਕੁੱਤਿਆਂ ਅੱਗੇ ਕੱਪੜੇ 'ਚ ਬੰਨ੍ਹ ਕੇ ਬੱਚਿਆਂ ਨੂੰ, ਨਵ ਜਨਮਿਆਂ ਨੂੰ ਸੁੱਟ ਆਉਂਦੀਆਂ। ਰੱਬ ਹੀ ਜਾਣੇ ਉਹ ਕੀ ਨੇ, ਮਾਵਾਂ ਤਾਂ ਨਹੀਂ ਕਹਿ ਸਕਦੇ, ਪੱਥਰ ਲੋਕ ਹੈ। ਪਰ ਜਿਹੜੀ ਅਸਲ ਮਾਂ ਹੈ, ਸੱਚੀ ਮਾਂ ਹੈ, ਉਹ ਹਮੇਸ਼ਾ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ। ਚਲੇ ਜਾਣ ਤੋਂ ਬਾਅਦ ਵੀ ਕਦੇ ਕੋਈ ਗੱਲ ਯਾਦ ਆ ਜਾਏ ਤਾਂ ਉਹਦੇ ਅੱਖਾਂ ਦੇ ਹੰਝੂ ਨਹੀਂ ਸੁੱਕਦੇ। ਪਰ ਗੁਰਸਿੱਖੀ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਇਹ ਗੱਲ ਦੀ ਸਮਝ ਹੁੰਦੀ ਹੈ ਕਿ ਜੋ ਵੀ ਜੀਵਨ 'ਚ ਆਇਆ ਉਹਨੇ ਚਲੇ ਜਾਣਾ। ਕੋਈ ਅੱਜ ਗਿਆ, ਕੋਈ ਕੱਲ੍ਹ ਗਿਆ, ਕੋਈ ਥੋੜ੍ਹਾ ਪਹਿਲਾਂ ਚਲਾ ਗਿਆ, ਸਮੇਂ ਦੀ ਗੱਲ ਹੈ। ਕੋਈ ਨਹੀਂ, ਜਿੰਨਾ ਕੁ ਉਹਦਾ ਸੰਬੰਧ ਸੀ ਸਾਡੇ ਨਾਲ ਜੁੜ ਕੇ ਚਲਾ ਗਿਆ। ਜਿਹੜੀ ਅੰਦਰੋਂ ਨਹੀਂ ਟੁੱਟਦਾ ਗੁਰਸਿੱਖ ਨੂੰ ਗੁਰਬਾਣੀ ਸਮਝਾ ਦਿੰਦੀ। ਪਰ ਉਂਝ ਹੁੰਦਾ ਬੜਾ ਕੋਮਲ ਹੈ। ਜਿਵੇਂ ਆਪਣੇ ਬੱਚੇ ਨੂੰ ਵੀ ਆਪਣੇ ਢਿੱਡੋਂ ਜਨਮੇ ਨੂੰ ਵੀ ਕਿਤੇ ਨਾ ਕਿਤੇ ਮਾਂ ਝਿੜਕਦੀ ਹੈ, ਪਿਆਰ ਭਾਵੇਂ ਸਾਰੀ ਦੁਨੀਆ ਨਾਲੋਂ ਜ਼ਿਆਦਾ ਕਰਦੀ, ਪਰ ਉਹਦੇ ਵਿੱਚ ਇਹ ਹੁੰਦਾ ਕਿ ਇਹਨੂੰ ਸਮਝਾਉਣਾ ਹੈ। ਇਉਂ ਹੀ ਗੁਰਸਿੱਖ ਵੀ ਜ਼ਿੰਦਗੀ ਜਿਉਂਦਾ ਹੈ, ਵਿਵਹਾਰਕ ਵੀ ਔਰ ਪਰਮਾਰਥਿਕ ਵੀ। ਕਿਤੇ ਨਾ ਕਿਤੇ ਕੋਈ ਗੱਲ ਕਹਿਣੀ ਪੈਂਦੀ, ਕਹਿ ਵੀ ਦਿੰਦਾ, ਝਿੜਕ ਵੀ ਦਿੰਦਾ, ਡਾਂਟ ਵੀ ਦਿੰਦਾ, ਖਰਾ ਵੀ ਹੋ ਜਾਂਦਾ, ਪਰ ਉਹਦੇ ਅੰਦਰ ਦਇਆ ਬਹੁਤ ਹੁੰਦੀ। ਉਹਦਾ ਕਾਰਨ ਬੀਜ ਆਹ ਹੈ ਜਿਹੜਾ ਅੱਜ ਗੁਰੂ ਅਮਰਦਾਸ ਜੀ ਕਹਿ ਰਹੇ, ਸਭ ਘਟ ਆਪੇ ਭੋਗਣ ਹਾਰਾ,
ਕਹਿੰਦੇ ਸਾਰੇ ਜਿੰਨੇ ਵੀ ਦਿਲ ਹੈ ਉਹਨਾਂ 'ਚ ਆਪ ਤਾਂ ਬੈਠਾ ਹੈ, ਜਿੰਨੇ ਵੀ ਜੀਵ ਹੈ ਉਹਨਾਂ ਦੇ ਅੰਦਰ ਧੜਕਦੇ ਛੋਟੇ ਛੋਟੇ ਦਿਲ ਹੈ। ਹਰੇਕ ਸੀਨੇ ਵਿੱਚ ਟਕ 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 ਦੀ ਆਵਾਜ਼ ਜਿਹੜੀ ਕਰਦਾ ਹੈ ਉਹ ਦਿਲ, ਦਿਲ ਦੀ ਧੜਕਣ ਦੇ ਅੰਦਰ ਵੱਸਦਾ ਵਾਹਿਗੁਰੂ, ਅਤੇ ਭੋਗਣ ਵਾਲਾ ਸਾਰੇ ਜੀਵਾਂ ਦੇ ਪਦਾਰਥ ਉਹੀ ਭੋਗ ਰਿਹਾ, ਅੰਦਰ ਬੈਠਾ ਖਾ ਰਿਹਾ, ਪਚਾ ਰਿਹਾ, ਸ਼ਕਤੀ ਦੇ ਰਿਹਾ। ਜੋ ਤੁਸੀਂ ਖਾਂਦੇ ਤੁਸੀਂ ਪਚਾਉਂਦੇ ਕਿਤੇ, ਨਸ ਨਸ ਤੱਕ ਤੁਸੀਂ ਪਹੁੰਚਦੀ ਕਰਦੇ ਉਹਨੂੰ, ਤੁਹਾਨੂੰ ਤਾਂ ਪਤਾ ਵੀ ਨਹੀਂ। ਜੋ ਖਾ ਲਿਆ ਪੀ ਲਿਆ, ਅੰਦਰ ਮਸ਼ੀਨਰੀ ਦਾ ਕੀ ਹਾਲ ਹੈ, ਚੰਗਾ ਮਾੜਾ ਸਭ ਸੁੱਟ ਲਿਆ ਅੰਦਰ, ਪਤਾ ਨਹੀਂ ਕਿਹਾ ਜਿਹਾ ਜੂਸ ਬਣਦਾ ਹੈ। ਪਰ ਉਹ ਇੱਦਾਂ ਦੀਆਂ ਮਸ਼ੀਨਾਂ ਲਾਈਆਂ, ਉਹ ਅੰਦਰੋਂ ਠੀਕ ਕਰੀ ਜਾਂਦਾ ਹੈ, ਭੋਗ ਰਿਹਾ ਹੈ ਅਤੇ ਸਹੀ ਜਗ੍ਹਾ ਪਹੁੰਚਦਾ ਕਰੀ ਜਾਂਦਾ ਜੀਵਾਂ ਦੇ। ਅਲੱਖ ਵਰਤੈ ਅਗਮੇ ਅਪਾਰਾ, ਉਹ ਅਗੰਮ ਹੈ ਬਈ, ਅਪਾਰ ਹੈ, ਉਹਦਾ ਪਾਰ ਨਹੀਂ ਪਾ ਸਕਦੇ ਤੁਸੀਂ, ਅੰਤ ਨਹੀਂ ਉਹਦਾ। ਅਲੱਖ ਹੈ, ਲਕਸ਼ਣ ਉਹਦੇ ਜਾਣ ਨਹੀਂ ਸਕਦੇ, ਉਹ ਵਰਤ ਰਿਹਾ ਪਰਮਾਤਮਾ ਜਿਹੜਾ ਅਲੱਖ ਹੈ, ਅਗੰਮ ਹੈ, ਅਪਾਰ ਹੈ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਭਾਈ ਗੁਰਮੁਖੋ ਗੁਰਬਾਣੀ ਦੇ ਰਾਹੀਂ, ਗੁਰੂ ਦੇ ਸ਼ਬਦ ਦੇ ਰਾਹੀਂ ਉਹਨੂੰ ਧਿਆਓ, ਸਿਮਰੋ ਜਣੀ। ਗੁਰਬਾਣੀ ਜਿਹੜੀ ਪੜ੍ਹਨੀ ਇਹ ਧਿਆਉਣਾ ਹੀ ਆ ਪਰਮੇਸ਼ਰ ਨੂੰ, ਉਹ ਤਾਂ ਸਿਮਰਨ ਹੈ। ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਇਹ ਤਾਂ ਹੈ ਹੀ ਹੈ। ਜਿਹੜੀ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਹਿਜ ਪਾਠ ਕਰਨਾ, ਇਹ ਵੀ ਸਿਮਰਨ ਹੀ ਹੈ। ਇਹਦਾ ਬਹੁਤ ਵੱਡਾ ਲਾਭ ਹੈ ਗੁਰਬਾਣੀ ਦਾ। ਜਿਹੜਾ ਅਸੀਂ ਬੈਠ ਕੇ ਇਕਾਂਤ 'ਚ ਸਿਮਰਨ ਕਰਦੇ ਹਾਂ, ਉਹ ਵੀ ਗੁਰਬਾਣੀ ਦੀ ਬਦੌਲਤ ਹੈ। ਜਿਹੜਾ ਬੰਦਾ ਆਖੇ ਜੀ ਮੈਂ ਤਾਂ ਸਿਮਰਨ ਕਰਨ ਲੱਗ ਪਿਆ, ਲਓ ਬਾਣੀ ਤਾਂ ਹੁਣ ਪੜ੍ਹਨ ਦੀ ਕੀ ਲੋੜ ਆ, ਉਹ ਬੰਦਾ ਸਿਮਰਨ ਵੀ ਕਰਨੋਂ ਹਟ ਜਾਏਗਾ। ਇਹ ਗੱਲ ਧਿਆਨ ਦੇ ਲਿਓ ਮੇਰੀ। ਅਤੇ ਜਿਹੜਾ ਗੁਰਸਿੱਖ ਬਾਣੀ ਪੜ੍ਹਦਾ ਹੈ ਉਹ ਸਿਮਰਨ ਕਰਨ ਲੱਗ ਜਾਏਗਾ ਆਪੇ ਹੀ। ਗੁਰਬਾਣੀ ਸਿਮਰਨ ਨਾਲ ਜੋੜਦੀ ਹੈ, ਜਾਂ ਬਲਕਿ ਇਉਂ ਕਹਿ ਲਈਏ ਗੁਰਬਾਣੀ ਹੀ ਸਿਮਰਨ ਹੈ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰਬਾਣੀ ਦੇ ਰਾਹੀਂ, ਗੁਰਬਾਣੀ ਦੇ ਮੁਤਾਬਕ ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਪ੍ਰਭੂ ਦਾ ਸਿਮਰਨ ਕਰਿਆ ਕਰੋ। ਸਹਿਜੇ ਸੱਚ ਸਮਾਵਣਿਆ, ਕਹਿੰਦੇ ਗੁਰਮੁਖ ਹੈ ਨਾ ਜਿਹੜੇ, ਉਹ ਤਾਂ ਸਹਿਜੇ ਹੀ, ਉਹਨਾਂ ਨੂੰ ਕੋਈ ਵਿਸ਼ੇਸ਼ ਕੰਮ ਨਹੀਂ ਕਰਨਾ ਪੈਂਦਾ, ਉਹ ਸਹਿਜੇ ਹੀ ਸੱਚ 'ਚ ਸਮਾ ਜਾਂਦੇ ਆ। ਗੁਰੂ ਨਾਨਕ ਦੇਵ ਜੀ ਨੇ, ਮਹਾਰਾਜ ਨੇ ਕਿਹੜਾ ਕੋਈ ਧੂਣੀਆਂ ਤਪਾਈਆਂ ਸਨ, ਕਿਹੜਾ ਕੋਈ ਜਲ ਧਾਰੇ ਕੀਤੇ ਸੀ। ਉਹ ਸਹਿਜੇ ਹੀ ਪਰਮੇਸ਼ਰ ਵਿੱਚ ਅਭੇਦ ਸਨ, ਬਲਕਿ ਪਰਮੇਸ਼ਰ ਹੀ ਸਨ। ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਾਬਾ ਕਲਿਆਣ ਚੰਦ ਗੁਰੂ ਜੀ ਦੇ ਪਿਤਾ ਨੇ 20 ਰੁਪਏ ਦੇ ਕੇ ਭੇਜਿਆ ਕਿ ਜਾਓ ਖਰਾ ਸੌਦਾ ਕਰ ਆਓ, ਚੰਗਾ ਸੌਦਾ, ਸੱਚਾ ਸੌਦਾ। ਉਸ ਵਕਤ ਸਾਧ ਸੰਗਤ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਾ ਰਹੇ ਸਨ। ਰਸਤੇ ਵਿੱਚ ਚੂੜਕਾਣਾ ਪੈਂਦਾ ਹੈ। ਉਧਰ ਨੂੰ ਰਸਤੇ ਵਿੱਚ ਸਾਧੂਆਂ ਦੀ ਟੋਲੀ ਮਿਲ ਪਈ, ਫਕੀਰਾਂ ਦੀ। ਹੁਣ ਜੇ ਪ੍ਰਸੰਗ ਸੁਣਾਉਣ ਲੱਗ ਜਾਈਏ ਤਾਂ ਸੁਣਾਇਆ ਜਾਂਦਾ ਇਤਿਹਾਸ ਦੀ ਲੜੀ ਵਿੱਚ, ਵੱਡੀ ਗੱਲ ਤਾਂ ਜ਼ਿਆਦਾ, ਪਰ ਟੂਕ ਮਾਤਰ ਮੈਂ ਤੁਹਾਨੂੰ ਦੱਸ ਦੇਵਾਂ। ਉੱਥੇ ਜਿਹੜੇ ਸਾਧੂ ਸਨ, ਉਹ ਮਹਾਤਮਾ ਸੀ ਜਿਹੜਾ ਉਹਨਾਂ ਦਾ ਵੱਡਾ ਆਗੂ, ਉਹਦਾ ਨਾਮ ਸੀ ਸੰਤਰੇਨ। ਉਹਦੇ ਵੱਡੀਆਂ ਵੱਡੀਆਂ ਜਟਾਵਾਂ ਦਾ ਜੂੜਾ ਸਿਰ ਦੇ ਉੱਤੇ। ਉਹਦੇ ਜਿਹੜੀ ਮੰਡਲੀ ਸੀ, ਮੰਡਲੀ ਵਿੱਚ ਬਹੁਤ ਸਾਧੂ ਸਨ। ਕੋਈ ਜਲ ਧਾਰੇ ਕਰ ਰਿਹਾ ਸੀ, ਕੋਈ ਪੁੱਠਾ ਲਟਕ ਰਿਹਾ ਸੀ, ਕੋਈ ਧੂਣੀਆਂ ਤਪਾਈ ਜਾਂਦਾ ਸੀ, ਕੋਈ ਇੱਕ ਲੱਤ 'ਤੇ ਖੜ੍ਹਾ ਸੀ, ਕੋਈ ਇੱਕ ਬਾਂਹ ਨੂੰ ਉੱਤੇ ਕਰੀ ਖੜ੍ਹਾ। ਦੇਖੋ
ਕਿੱਡੀ ਤਪੱਸਿਆ ਸੀ ਉਹਨਾਂ ਦੀ ਨਾ। ਗੁਰਪ੍ਰਤਾਪ ਵਿੱਚ ਲਿਖਿਆ ਸਾਰਾ, ਸੂਰਜ ਪ੍ਰਕਾਸ਼, ਸ਼੍ਰੀ ਨਾਨਕ ਪ੍ਰਕਾਸ਼ ਵਿੱਚ। ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਉਹਨਾਂ ਨੂੰ ਲੰਗਰ ਛਕਾਉਣ ਗਏ, ਰਸਦ ਦਿੱਤੀ, ਸੌਦਾ ਦਿੱਤਾ, ਕਾਫੀ ਸਮਾਨ ਸੀ ਉੱਥੇ, ਖੂਹ ਬਣਵਾਇਆ, ਪਟਵਾਇਆ ਉੱਥੇ ਉਹਨਾਂ ਵਾਸਤੇ ਰਹਿਣ ਲਈ, ਇੱਟਾਂ ਸਟਵਾਈਆਂ। 20 ਰੁਪਏ ਕੋਈ ਉਹਨਾਂ ਟਾਈਮਾਂ 'ਚ 20 ਰੁਪਏ ਬਹੁਤ ਸੀ। ਮੈਂ ਵੀ ਪਹਿਲਾਂ ਕਦੇ ਕਦੇ ਸੋਚਦਾ ਹੁੰਦਾ ਸੀ ਕਿ 20 ਰੁਪਈਆਂ ਦਾ ਲੰਗਰ ਉਹਨਾਂ ਟਾਈਮਾਂ 'ਚ 20 ਰੁਪਈਏ ਕਿਤੇ ਥੋੜ੍ਹੇ ਸੀ। ਕਿੰਨਾ ਕੁ ਲੰਗਰ ਮਹਾਰਾਜ ਦੇ ਆਏ ਹੋਣੇ ਉੱਥੇ। 20 ਰੁਪਈਆਂ ਦਾ ਤਾਂ ਮੁੱਕਣਾ ਹੀ ਨਹੀਂ ਸੀ, ਇੰਨਾ ਜ਼ਿਆਦਾ ਸੀ 20 ਰੁਪਏ। ਅੱਜ ਕੱਲ੍ਹ ਦਾ ਇਉਂ ਸਮਝ ਲਓ ਬਈ, ਉਦੋਂ ਦੇ 20 ਰੁਪਈਏ ਅੱਜ ਕੱਲ੍ਹ ਦੇ 20 ਲੱਖ ਤੋਂ ਮਹਿੰਗੇ ਜ਼ਿਆਦਾ ਹੋਣੇ 500 ਸਾਲ ਪਹਿਲਾਂ। ਅਤੇ ਜੇ 20-30 ਸਾਧੂ ਵੀ ਹੋਣ, ਉਹਨਾਂ ਨੂੰ 20 ਲੱਖ ਦਾ ਭੋਜਨ ਥੋੜ੍ਹਾ ਛਕਾ ਦਈਦਾ, ਜਾਂ 50 ਲੱਖ ਦਾ, ਇੰਨਾ ਥੋੜ੍ਹਾ ਖਾ ਲੈ। ਕੀ ਕਰਿਆ ਹੋਣਾ ਮੇਰੇ ਮਨ 'ਚ ਸੀ ਅੰਦਰੋਂ, ਪਰ ਮੈਂ ਕਿਸੇ ਨੂੰ ਆਖਿਆ ਨਹੀਂ, ਕਿਉਂਕਿ ਜੇ ਕਿਸੇ ਨੂੰ ਕਹਿੰਦੇ ਅਗਲਾ ਕਹਿੰਦਾ ਸ਼ੰਕਾ ਕਰਦਾ। ਮਨ 'ਚ ਗੁਰੂ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਸਮਝ ਨਹੀਂ। ਦੇਖੋ ਇੱਕ ਗੱਲ ਦੀ ਸਮਝ, ਇੱਕ ਗੱਲ ਹਮੇਸ਼ਾ ਦਿਲ 'ਚ ਰੱਖੋ, ਜੇ ਕਿਸੇ ਗੱਲ ਦੀ ਸਮਝ ਲੱਗ ਜਾਏ ਤਾਂ ਅਰਦਾਸ ਕਰਨੀ, ਮਾਲਕ ਤੇਰਾ ਸ਼ੁਕਰ ਹੈ ਤੂੰ ਮੈਨੂੰ ਸਮਝ ਬਖਸ਼ੀ। ਹੰਕਾਰ ਨਹੀਂ ਕਰਨਾ, ਮੈਨੂੰ ਇਹ ਪਤਾ, ਇਹ ਆਉਂਦਾ। ਜੇ ਕਿਸੇ ਗੱਲ ਦੀ ਨਹੀਂ ਸਮਝ ਆਉਂਦੀ ਤਾਂ ਵੀ ਅਰਦਾਸ ਕਰਨੀ, ਮਾਲਕ ਤੇਰੀ ਲੀਲਾ, ਤੇਰੀ ਖੇਡ ਮੇਰੇ ਸਮਝ ਨਹੀਂ ਆਈ। ਸ਼ੰਕਾ ਨਹੀਂ ਕਰਨੀ ਕਿ ਇਹ ਨਹੀਂ ਹੋ ਸਕਦਾ, ਇਉਂ ਨਹੀਂ ਹੋ ਸਕਦਾ, ਇੱਦਾਂ ਕਿਵੇਂ ਹੋ ਗਿਆ। ਅਰਦਾਸ ਕਰਾਂਗੇ, ਇੱਕ ਦਿਨ ਸਮਝ ਆ ਜਾਏਗੀ। ਅਤੇ ਸਮਝ ਮੈਨੂੰ ਉਦੋਂ ਲੱਗੀ ਜਦੋਂ ਮੈਂ ਚੂੜਕਾਣਾ ਗਿਆ, ਉੱਥੇ ਪਾਕਿਸਤਾਨ, ਸੱਚਾ ਸੌਦਾ ਗੁਰੂ ਘਰ ਜਿੱਥੇ ਬਣਿਆ। ਮੈਂ ਜਦ ਵੇਖਿਆ ਉਹ ਸਥਾਨ, ਵੇਖ ਕੇ ਮੈਨੂੰ ਫਿਰ ਉੱਥੇ ਦੇ ਜਿਹੜੇ ਗਿਆਨੀ ਜੀ ਸੀ, ਉਹ ਪਿੱਛੇ ਖੂਹ ਕੋਲੇ ਲੈ ਕੇ ਕਹਿੰਦੇ ਆਹ ਖੂਹ ਲਵਾ ਕੇ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ। ਮੈਂ ਕਿਹਾ ਠੀਕ ਹੈ। ਫਿਰ ਮੇਰੇ ਜਿਹੜੇ ਮਨ 'ਚ ਉਹ ਪਿਆ ਸੀ ਨਾ ਸਵਾਲ, ਇੱਕਦਮ ਅੱਗੇ ਉੱਤਰ ਆਉਣ ਨਾਲ ਉਹਦੀ ਨਿਵਰਤੀ ਹੋ ਗਈ। ਕਈ ਚੀਜ਼ਾਂ ਸਾਲ 2-2 ਸਾਲ 5-5 ਸਾਲ ਚੱਲਦੀਆਂ ਰਹਿੰਦੀਆਂ, ਪਿੱਛੇ ਅਚੇਤ ਵਿੱਚ ਚਲੀਆਂ ਜਾਂਦੀਆਂ, ਅਤੇ ਉਹ ਸਮੇਂ ਨਾਲ ਉਹ ਚੀਜ਼ਾਂ ਦੇ ਸਵਾਲਾਂ ਦੇ ਹੱਲ ਹੁੰਦੇ ਆ, ਅਤੇ ਫਿਰ ਉਹ ਪਿਛਲੀ ਕੁੰਡੀ ਖੁੱਲ੍ਹ ਜਾਂਦੀ ਹੈ ਸੁਰਤ ਦੇ ਵਿੱਚ ਪਈ ਹੁੰਦੀ ਜਿਹੜੀ। ਫਿਰ ਉਹਨਾਂ ਇਹ ਵੀ ਦੱਸਿਆ ਕਿ ਇੱਥੇ ਮਹਾਰਾਜ ਨੇ ਉਹਨਾਂ ਨੂੰ ਇੱਟਾਂ ਵੀ ਸਟਵਾਈਆਂ, ਧਰਮਸ਼ਾਲਾ ਬਣਾਉਣ ਵਾਸਤੇ ਵੀ ਰਹੋ। ਚਲੋ ਗੱਲ ਇੰਨੀ ਹੈ ਕਿ 20 ਰੁਪਏ ਦਾ ਉੱਥੇ ਮਹਾਰਾਜ ਨੇ ਖਰਾ ਸੌਦਾ ਕੀਤਾ। ਜਦੋਂ ਉੱਥੇ ਜਿਹੜਾ ਸੰਤ ਸੀ, ਸੰਤ ਰੇਨ ਉਹਦਾ ਨਾਮ ਸੀ, ਗੁਰੂ ਜੀ ਨੇ ਉਹਨਾਂ ਨੂੰ ਭੋਜਨ ਸਾਰਾ ਕੁਝ ਦਿੱਤਾ, ਅਤੇ ਉਹ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿੰਦਾ ਜੀ ਠੀਕ ਹੈ, ਤੁਸੀਂ ਸਾਨੂੰ ਸਮਾਨ ਦੇ ਦਿੱਤਾ, ਹੁਣ ਤੁਸੀਂ ਜਾਓ। ਗੁਰੂ ਨਾਨਕ ਦੇਵ ਮਹਾਰਾਜ ਚਲੇ ਗਏ, ਉੱਠ ਕੇ ਆਪਣੇ ਘਰ ਆ ਗਏ। ਜੋ ਕੁਝ ਹੋਇਆ ਉਹ ਤੁਹਾਨੂੰ ਪਤਾ ਹੀ ਹੈ, ਬਾਬੇ ਕਾਲੂ, ਮਹਿਤਾ ਕਾਲੂ ਨੇ ਝਿੜਕਾਂ ਮਾਰੀਆਂ ਜਾਂ ਜੋ ਕੁਝ ਹੋਇਆ। ਉਹਦੇ ਵਿੱਚ ਇੱਕ ਹੋਰ ਗੱਲ ਹੈ, ਜਦੋਂ ਵਾਪਸ ਆਉਣ ਲੱਗੇ, ਉਹ ਸੰਤ ਰੇਨ ਜੀ ਦਾ ਨਾਂ ਸੀ, ਉਹਦੇ ਕੋਲ ਇੱਕ ਸਾਧੂ ਬੈਠਾ ਸੀ। ਗੁਰੂ ਨਾਨਕ ਦੇਵ ਜੀ ਦੇ ਚਲੇ ਜਾਣ ਤੋਂ ਬਾਅਦ ਉਹ ਸਾਧੂ ਨੂੰ, ਸੰਤ ਰੇਨ ਨੂੰ ਇੱਕ ਸੰਤ ਪੁੱਛਦਾ ਹੈ, ਕਹਿੰਦਾ ਦੇਖੋ ਕਿੰਨੇ ਚੰਗੇ ਇਨਸਾਨ ਨੇ ਇਹ ਵਪਾਰ ਕਰਨ ਲਈ ਇਹਨਾਂ ਦੇ ਪਿਤਾ ਨੇ ਪੈਸੇ ਦਿੱਤੇ ਸਨ, ਇਹ ਤਾਂ ਦੱਸੇ ਦਿੱਤਾ ਉਹਨਾਂ ਨੇ। ਉਹਨਾਂ ਉਹ 20 ਰੁਪਈਆਂ ਦਾ ਇਹ ਵਪਾਰ ਕੀਤਾ ਕਿ ਆਪਾਂ ਨੂੰ ਸਾਰਾ ਕੁਝ ਲੈ ਕੇ ਦੇ ਗਏ, ਭੁੱਖਿਆਂ ਨੂੰ, ਕਈ ਦਰਨਾਂ ਦਿਆਂ ਨੂੰ। ਪਰ ਸੰਤ ਰੇਨ ਜੀ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਇੰਨੇ ਚੰਗੇ ਬੰਦੇ ਤੁਹਾਡੇ ਕੋਲ ਬੈਠੇ ਸੀ, ਤੁਸੀਂ ਉਹਨਾਂ ਨੂੰ ਕਿਉਂ ਕਹਿ ਦਿੱਤਾ ਚਲੇ ਜਾਓ ਉੱਠ ਕੇ? ਉਹਨਾਂ ਨੂੰ ਕੋਲ ਬਿਠਾਉਣਾ ਸੀ ਆਪਾਂ, ਹਜੇ ਲੰਗਰ ਪਾਣੀ ਤਿਆਰ ਹੋਣਾ ਸੀ, ਆਪਾਂ 2-4 ਦਿਨ ਕੋਲ ਰੱਖਦੇ, ਉਹਨਾਂ ਦੀ ਵੀ ਸੇਵਾ ਕਰ ਲੈਂਦੇ। ਇੰਨਾ ਚੰਗਾ ਬੰਦਾ ਲੱਭਦਾ ਕਿ ਤੁਹਾਨੂੰ ਪਤਾ ਨਹੀਂ ਸੀ? ਕਹਿੰਦਾ ਕਿ ਇੰਨਾ ਵਧੀਆ ਇਨਸਾਨ ਲੱਭਦੇ ਹੀ ਨਹੀਂ, ਅਤੇ ਉਹਨਾਂ ਨੂੰ ਇੱਦਾਂ ਨਹੀਂ ਗਵਾਈ ਦਾ। ਅੱਗੋਂ ਜੋ ਸੰਤ ਰੇਨ ਨੇ ਆਖਿਆ, ਸੁਣੋ ਗੱਲ, ਅੱਜ ਦੇ ਸਾਡੇ ਪ੍ਰਕਰਨ ਨਾਲ ਸੰਬੰਧਿਤ ਹੈ। ਉਹ ਸਾਧੂ ਸੰਤ ਰੇਨ ਕਹਿਣ ਲੱਗਾ
ਕਹਿੰਦਾ ਮੈਨੂੰ ਵੀ ਪਤਾ ਇਹਨਾਂ ਵਰਗਾ ਇਨਸਾਨ ਨਹੀਂ ਕੋਈ ਹੈ ਦੁਨੀਆ 'ਤੇ। ਇਹਨਾਂ ਨੂੰ ਇਨਸਾਨ ਕਹਿਣਾ ਵੀ ਇਹਨਾਂ ਦੀ ਵਡਿਆਈ ਨਹੀਂ, ਇਹਨਾਂ ਦੀ ਛੁਟਿਆਈ ਹੈ, ਇਹ ਤਾਂ ਨਾਰਾਇਣ ਆਪ ਹੈ। ਪਰ ਕਹਿੰਦਾ ਜੇ ਦੂਜਾ ਕਹਿੰਦਾ ਜੇ ਇੰਨਾ ਪਤਾ ਸੀ ਫਿਰ ਭੇਜਿਆ ਕਿਉਂ? ਉਹ ਕਹਿੰਦਾ ਤਾਂ ਭੇਜਿਆ ਜਦੋਂ ਮੇਰੇ ਕੋਲ ਬੈਠੇ ਸੀ ਨਾ ਇਹ ਸੰਤ ਕਹਿਣ ਲੱਗਿਆ, ਸੰਤ ਰੇਨੋ ਮੰਡਲੀ ਦਾ ਮੁਖੀਆ, ਜਿਹਦੀ ਮੰਡਲੀ ਵਿੱਚ ਕੋਈ ਪੁੱਠਾ ਲਟਕਿਆ ਹੈ, ਕੋਈ ਜਲ ਧਾਰੇ ਕਰ ਰਿਹਾ, ਕੋਈ ਧੂਣੀਆਂ ਤਪਾ ਰਿਹਾ, ਕੋਈ ਇੱਕ ਪੈਰ 'ਤੇ ਖੜ੍ਹਾ, ਕੋਈ ਇੱਕ ਹੱਥ ਉੱਤੇ ਚੁੱਕੀ ਖੜ੍ਹਾ। ਕਿੰਨੇ ਸਾਲਾਂ ਦੀਆਂ ਤਪੱਸਿਆਵਾਂ ਵਾਲੇ ਵੱਡੇ ਵੱਡੇ ਉਮਰਾਂ ਲੰਮੀਆਂ ਵਾਲੇ ਸੰਤ ਸਨ, ਜਿਹੜੇ ਜਿਨ੍ਹਾਂ ਨੇ ਕਠਿਨ ਮਾਰਗ ਅਪਣਾਇਆ ਸੀ ਯੋਗ ਦਾ। ਉਹ ਆਖਣ ਲੱਗਾ, ਕਹਿੰਦਾ ਜੀ ਇਹ ਜਦੋਂ ਮੇਰੇ ਕੋਲ ਬੈਠੇ ਸਨ ਨਾ, ਇਹਨਾਂ ਦਾ ਤੇਜ ਮੇਰੇ ਤੋਂ ਚੱਲਿਆ ਨਹੀਂ ਸੀ ਜਾਂਦਾ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹਨਾਂ ਦਾ ਪ੍ਰਤਾਪ, ਇਹਨਾਂ ਦੇ ਚਿਹਰੇ ਦੀ ਆਭਾ, ਇਹਨਾਂ ਦੀ ਜਿਹੜੀ ਹਸਤੀ ਸੀ ਨਾ, ਜਿਵੇਂ ਸੂਰਜ ਦੇ ਵਿੱਚੋਂ ਲौ ਨਿਕਲਦੀ, ਪ੍ਰਕਾਸ਼ ਨਿਕਲਦਾ, ਸਿੱਧੀਆਂ ਅੱਖਾਂ ਨਾਲ ਤੱਕਿਆ ਨਹੀਂ ਜਾਂਦਾ। ਉਹ ਕਹਿੰਦਾ ਮੈਂ ਇਹਨਾਂ ਦੇ ਸਰੀਰ, ਇਹ ਬਾਹਰੀ ਪੰਜ ਤੱਤਾਂ ਦੇ ਵਜੂਦ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹਨਾਂ ਦੀ ਉਸ ਅੰਦਰਲੀ ਜੋਤ ਨੂੰ ਦੇਖ ਰਿਹਾ ਸੀ, ਕਿਉਂਕਿ ਦ੍ਰਿਸ਼ਟੀ ਖੁੱਲੀ ਵਾਲਾ ਸਾਧੂ ਸੀ। ਅਤੇ ਉਹ 'ਤੇ ਮੇਰੀ ਨਜ਼ਰ ਨਹੀਂ ਸੀ ਟਿਕ ਰਹੀ। ਇਹਨਾਂ ਦੇ ਤੇਜ ਅੱਗੇ ਮੇਰਾ ਤੇਜ ਮੱਧਮ ਪੈ ਰਿਹਾ ਸੀ, ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸਨ। ਇਸ ਲਈ ਮੈਂ ਇਹਨਾਂ ਨੂੰ ਆਖਿਆ ਤੁਸੀਂ ਚਲੇ ਜਾਓ। ਅਤੇ ਨਾਲ ਉਹ ਜੋਗੀ ਨੇ, ਸਾਧੂ ਨੇ ਪੁੱਛਿਆ ਦੂਜੇ ਨੇ, ਇੰਨੀ ਕੁ ਉਮਰ 'ਚ ਇਹਨਾਂ ਨੇ ਕਿਹੜੀ ਤਪੱਸਿਆ ਕਰ ਲਈ, ਕਿਹੜਾ ਜਲ ਧਾਰਾ ਕੀਤਾ, ਕਿਹੜਾ ਮੰਤਰ ਕੀਤਾ ਇਹਨਾਂ ਨੇ? ਹੈਂ ਜੀ, ਸੋਚੋ ਨਾ ਕਿਹੜਾ ਸੀ ਉਹ? ਦਰਅਸਲ ਹੋਰ ਕੋਈ ਨਹੀਂ, ਗੁਰ ਕਾ ਸ਼ਬਦ ਮੇਰਾ ਹਰ ਪ੍ਰਭ ਧਿਆਈਆ, ਸਹਿਜੇ ਸੱਚ ਸਮਾਵਣਿਆ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਹਿਜੇ ਹੀ ਸੱਚ ਵਿੱਚ ਸਮਾਏ ਸਨ। ਨਾ ਗੁਰੂ ਕੇ ਸਿੱਖ ਨੂੰ ਕਿਸੇ ਇਹ ਕਸ਼ਟ ਯੋਗ ਦੀ ਲੋੜ ਹੈ, ਸਾਧਨਾ ਦੀ। ਉਹ ਤਾਂ ਗੁਰਬਾਣੀ ਨਾਲ ਜੁੜੇ, ਗੁਰੂ ਸ਼ਬਦ ਨਾਲ ਜੁੜੇ ਅਤੇ ਪ੍ਰਭੂ ਦਾ ਸਿਮਰਨ ਕਰੇ, ਉਹ ਇਉਂ ਹੀ ਸਹਿਜੇ ਹੀ ਸੱਚ ਵਿੱਚ ਸਮਾ ਜਾਂਦਾ। ਬਾਣੀ ਪੜ੍ਹਦਾ ਪੜ੍ਹਦਾ, ਨਿਤਨੇਮ ਕਰਦਾ ਕਰਦਾ, ਸਿਮਰਨ ਕਰਦਿਆਂ ਕਰਦਿਆਂ, ਘਰੇ ਹੈ, ਪਰਿਵਾਰ ਵਿੱਚ ਹੈ, ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਪਰ ਇਉਂ ਕਰਦੇ ਕਰਦੇ ਉਹ ਗੁਰਸਿੱਖ ਸਹਿਜੇ ਹੀ ਸਹਿਜ ਵਿੱਚ ਅਤੇ ਸਾਧ ਸੰਗਤ ਰਹਿ ਕੇ ਸੱਚ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ, ਇਉਂ ਸਮਾਉਂਦਾ ਹੈ। ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਗੁਰੂ ਅਮਰਦਾਸ ਜੀ ਕਹਿੰਦੇ ਆ, ਕਹਿੰਦੇ ਮੈਂ ਵਾਰੇ ਹਾਂ ਭਾਈ, ਵਾਰੇ ਜਾਣਾ। ਦੇਖੋ ਕੁਰਬਾਨ ਜਾਈਏ ਗੁਰੂ ਅਮਰਦਾਸ ਜੀ। ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਕਹਿੰਦੇ ਮੈਂ ਵਾਰਨੇ ਜਾਣਾ, ਬਲਿਹਾਰਨੇ ਜਾਣਾ। ਮਹਾਰਾਜ ਕੀ ਤੋਂ? ਕਹਿੰਦੇ ਜਿਹੜੇ ਗੁਰਬਾਣੀ, ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾਉਂਦੇ ਆ। ਸੋਚੋ ਵੀ ਸਾਡੇ ਮਨ 'ਚ ਕੀ ਵਸਦਾ। ਗੁਰਬਾਣੀ ਦਾ ਸ਼ਬਦ ਸਾਡੇ ਮਨ ਵਿੱਚ ਹੈ, ਜਾਂ ਕਿਸੇ ਬਾਬੇ ਦੇ ਚੇਲੇ ਬਣੇ ਆ, ਉਹਦਾ ਦਿੱਤਾ ਮੰਤਰ ਮਨ 'ਚ ਵਸਦਾ ਹੈ, ਜਾਂ ਸਾਡੇ ਮਨ 'ਚ ਕਿਸੇ ਸਾਧ ਤੋਂ, ਜੋ ਸਪੇਰੇ ਤੋਂ, ਜੋਗੀ ਨਹੀਂ ਹੁੰਦੇ, ਸਪੇਰੇ ਹੁੰਦੇ ਸੱਪ ਫੜਨ ਵਾਲੇ ਪਖੰਡੀ, ਕਿਸੇ ਸਪੇਰੇ ਤੋਂ ਕੋਈ ਚੂਹੇ ਦੀ ਪੂੰਛ ਲੈ ਲਈ, ਅਖੇ ਗਿੱਦੜ ਸਿੰਘੀ ਆ। ਦੱਸੋ ਗਿੱਦੜ ਦੇ ਸਿੰਘ ਹੁੰਦੇ ਆ? ਸਭ ਤੋਂ ਵੱਡੀ ਮੂਰਖਤਾ ਹੀ ਤਾਂ ਇਹੀ ਹੈ, ਗਿੱਦੜ ਸਿੰਘੀ। ਸਿੰਘ ਹੁੰਦੇ ਗਿੱਦੜ ਦੇ? ਬਸ ਜੋ ਮਰਜ਼ੀ ਬਣਾਈ ਚੱਲੋ। ਇਹੋ ਜਿਹੇ ਬਣਾਉਣ ਵਾਲੇ ਮੂਰਖ, ਇਹੋ ਜਿਹੇ ਬਣਨ ਵਾਲੇ। ਅਤੇ ਕੋਈ ਇਹਨੂੰ ਮਨ 'ਚ ਵਸਾਈ ਬੈਠਾ, ਕੋਈ ਧਾਗਾ ਬਣਾਈ ਬੈਠਾ, ਕੋਈ ਕਹਿੰਦਾ ਲੈ ਬਿੱਲੀਆਂ ਦੀ ਜੇਰ ਇੱਕ ਆ ਗਿਆ, ਆਹ ਲੈ ਲਓ। ਕਿੱਧਰ ਤੁਰੇ ਫਿਰਦੇ ਤੁਸੀਂ? ਕੋਈ ਉੱਲੂ ਦਾ ਪੰਜਾ ਲਈ ਫਿਰਦਾ ਹੈ, ਕੋਈ ਨਗ ਪਾਈ ਫਿਰਦਾ ਉਂਗਲਾਂ 'ਚ, ਹਰੇ ਰੰਗ ਦਾ ਜੀ, ਨੀਲੇ ਰੰਗ ਦਾ ਜੀ, ਆਹ ਜੀ ਵਾਹ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਿੱਖੋ,
ਕਹਿੰਦੇ ਹੋਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਵਣਿਆ। ਮੈਂ ਵਾਰਨੇ ਜਾਂਦਾ ਉਹਨਾਂ ਤੋਂ ਜਿਹੜੇ ਗੁਰਬਾਣੀ ਮਨ 'ਚ ਵਸਾਉਂਦੇ ਆ। ਕਈ ਇੱਥੇ ਗੁੱਟਾਂ ਨਾਲ ਧਾਗੇ ਬੰਨੀ ਫਿਰਨਗੇ, ਗਿੱਟਿਆਂ ਨਾਲ ਬੰਨੀ ਫਿਰਨਗੇ, ਡੌਲਿਆਂ ਨਾਲ ਬੰਨੀ ਫਿਰਨਗੇ, ਗਲ 'ਚ ਪਾਈ ਫਿਰਨਗੇ। ਮੈਂ ਕੋਈ ਥਾਂ ਹੈ ਜਿੱਥੇ ਤੁਸੀਂ ਧਾਗਾ ਨਹੀਂ ਬੰਨਿਆ? ਅਤੇ ਨਾਲ ਮਾੜੀ ਜੀ ਆਪਣੀ ਜ਼ਿੰਦਗੀ 'ਚ ਝਾਤੀ ਮਾਰੋ, ਰੋਂਦੇ ਦੇ ਰੋਂਦੇ ਫੇਰ, ਦੁਖੀ ਦੇ ਦੁਖੀ ਫਿਰ ਇੱਥੇ ਕਾਹਨੂੰ ਅਰਦਾਸਾਂ ਕਰਦੇ ਫਿਰਦੇ, ਪਖੰਡ ਕਰਦੇ ਫਿਰਦੇ। ਕਦੇ ਉਹ ਹਲੇ ਲੂਈਆਂ ਵਾਲਿਆਂ ਕੋਲੋਂ ਜਾ ਕੇ ਆਸ਼ੀਰਵਾਦ ਲੈ ਲਿਆ, ਆਖੇ ਮੇਰਾ ਦੁੱਖ ਕੱਟ ਦੇ। ਕਦੇ ਕਿਸੇ ਬਾਬੇ ਕੋਲ ਚੱਲ ਗਿਆ, ਕਦੇ ਕਿਤੇ। ਇੱਦਾਂ ਗੁਰੂ ਦੀ ਖੁਸ਼ੀ ਨਹੀਂ ਮਿਲਣੀ ਤੁਹਾਨੂੰ। ਇੱਕ ਦੇ ਬਣ ਜਾਓ। ਮਾੜਾ ਨਹੀਂ ਅਸੀਂ ਕਿਸੇ ਨੂੰ ਕਹਿੰਦੇ, ਪਰ ਸੱਚ ਦੀ ਪਰਖ ਕਰ ਲਓ। ਇੱਦੋਂ ਵੱਡਾ ਸੱਚ ਬਾਬੇ ਨਾਨਕ ਦੇ ਘਰ ਤੋਂ ਵੱਡਾ ਦੁਨੀਆ 'ਤੇ ਕੋਈ ਸੱਚ ਹੈ ਨਹੀਂ। ਜੇ ਤੁਹਾਨੂੰ ਇਹ ਵੀ ਸਮਝ ਨਹੀਂ, ਇਹ ਵੀ ਯਕੀਨ ਨਹੀਂ, ਫਿਰ ਤੁਸੀਂ ਗੁਰੂ ਨਾਨਕ ਦੀ ਸਿੱਖੀ ਦੇ ਯੋਗ ਲਈ ਲਾਇਕ ਨਹੀਂ ਹੋ, ਤੁਸੀਂ ਨਲਾਇਕ ਹੋ। ਫਿਰ ਤੁਹਾਨੂੰ ਬਾਬੇ ਨਾਨਕ ਦੀ ਸਿੱਖੀ ਮਿਲਣੀ ਨਹੀਂ। ਤੁਸੀਂ ਪਿੱਤਲ ਦੇ ਵਪਾਰੀ ਹੋ, ਤੁਹਾਨੂੰ ਸੋਨੇ ਦੀ ਕਦਰ ਨਹੀਂ। ਜਾਓ ਤੁਸੀਂ ਜਰਪੋਸ਼ ਦੇ ਗਹਿਣੇ ਦੁਕਾਨਾਂ ਤੋਂ ਖਰੀਦੋ, ਸਸਤਾ ਸੌਦੇ ਵਾਲੇ ਹੋ, ਸੱਚੇ ਸੌਦੇ ਦੇ ਨਹੀਂ ਹੈ ਤੁਸੀਂ ਗਾਹਕ। ਤੁਹਾਡੇ ਤੋਂ ਗੁਰੂ ਵਾਰਨੇ ਨਹੀਂ ਜਾ ਸਕਦਾ। ਕੀ ਤੋਂ ਜਾਂਦਾ? ਕਹਿੰਦੇ ਹੋਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਵਣਿਆ। ਮੈਂ ਵਾਰੇ ਜਾਵਾਂ, ਪਰ ਉਹਨਾਂ ਤੋਂ ਜਾਵਾਂ ਜਿਨ੍ਹਾਂ ਨੇ ਗੁਰ ਸ਼ਬਦ ਮਨ 'ਚ ਵਸਾਇਆ। ਸਮਝ ਗਏ ਨਾ? ਜਿਨ੍ਹਾਂ ਬਾਣੀ ਮਨ 'ਚ ਵਸਾਈ, ਜਿਹਦੇ ਮਨ 'ਚ ਜਪਜੀ ਵਸਦਾ ਹੈ, ਜਿਹਦੇ ਮਨ 'ਚ ਜਾਪ ਸਾਹਿਬ ਵਸਦਾ, ਸਵਈਏ ਵਸਦੇ, ਚੌਪਈ ਵਸਦੀ, ਆਨੰਦ ਸਾਹਿਬ ਵਸਦਾ, ਪੰਜ ਬਾਣੀਆਂ ਜਿਹਦੇ ਮਨ ਵਿੱਚ ਵਸਦੀਆਂ ਹਨ, ਜਿਹਦੇ ਮਨ 'ਚ ਸੁਖਮਨੀ ਵਸਦੀ, ਆਸਾ ਕੀ ਵਾਰ ਵਸਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਅੱਖਰ ਵਸਦਾ ਹੈ, ਬਾਣੀ ਦਾ ਪ੍ਰੇਮ ਵਸਦਾ ਹੈ, ਉਹ ਗੁਰਸਿੱਖ ਤੋਂ ਵਾਰ ਨਹੀਂ ਜਾਈਏ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਤਾਂ ਵਾਰੇ ਜਾਣਾ ਬਈ। ਉਹ ਤੋਂ ਕੀ ਵਾਰੇ ਜਾਣਾ? ਜਿਹੜਾ ਕਦੇ ਗੁਰਬਾਣੀ ਕਦੇ ਸੁਣੀ ਨਹੀਂ, ਗੁਰਬਾਣੀ ਕਦੇ ਪੜ੍ਹੀ ਨਹੀਂ, ਗੁਰਬਾਣੀ ਕਦੇ ਮੰਨੀ ਨਹੀਂ, ਉਹ ਕੀ ਜਾਣੇ ਸਾਰ। ਮੈਂ ਸਮਝ ਆ ਰਹੀ। ਜੀ ਤੋਂ ਵਾਰੇ ਜਾਈਏ, ਉਹਦਾ ਕੰਮ ਵੀ ਕਰੀਦਾ ਨਾ। ਫਿਰ ਤੁਸੀਂ ਆਪਣੇ ਬੱਚਿਆਂ ਲਈ ਵਾਰਨੇ ਜਾਂਦੇ ਹੋ ਨਾ, ਆਪਣੀ ਜਾਨ ਦੇਣ ਨੂੰ ਵੀ ਤਿਆਰ ਹੁੰਦੇ। ਵਾਰਨੇ ਜਾਣ ਦਾ ਕੀ ਮਤਲਬ ਹੁੰਦਾ? ਆਪਣਾ ਆਪਾ ਕੁਰਬਾਨ ਕਰਨਾ। ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਦੇ ਸੁਣੀ ਨਹੀਂ, ਗੁਰਬਾਣੀ ਕਦੇ ਪੜ੍ਹੀ ਨਹੀਂ, ਗੁਰਬਾਣੀ ਕਦੇ ਮੰਨੀ ਨਹੀਂ, ਉਹ ਕੀ ਜਾਣੇ ਸਾਰ। ਮੈਂ ਸਮਝ ਆ ਰਹੀ। ਜੀ ਤੋਂ ਵਾਰੇ ਜਾਈਏ, ਉਹਦਾ ਕੰਮ ਵੀ ਕਰੀਦਾ ਨਾ। ਫਿਰ ਤੁਸੀਂ ਆਪਣੇ ਬੱਚਿਆਂ ਲਈ ਵਾਰਨੇ ਜਾਂਦੇ ਹੋ ਨਾ, ਆਪਣੀ ਜਾਨ ਦੇਣ ਨੂੰ ਵੀ ਤਿਆਰ ਹੁੰਦੇ। ਵਾਰਨੇ ਜਾਣ ਦਾ ਕੀ ਮਤਲਬ ਹੁੰਦਾ? ਆਪਣਾ ਆਪਾ ਕੁਰਬਾਨ ਕਰਨਾ। ਫਿਰ ਆਪਣੇ ਬੱਚਿਆਂ ਲਈ ਕੀ ਕੁਛ ਨਹੀਂ ਕਰਦੇ ਤੁਸੀਂ? ਸਭ ਕੁਝ ਆਪਣਾ ਦੇਣ ਨੂੰ ਤਿਆਰ ਹੁੰਦੇ ਆਪਣੇ ਬੱਚਿਆਂ ਨੂੰ। ਲਾਇਕ ਯੋਗ ਬੱਚਿਆਂ ਨੂੰ, ਜਿਨ੍ਹਾਂ ਨਾਲ ਮਾਪੇ ਪਿਆਰ ਕਰਦੇ। ਇਉਂ ਹੀ ਗੁਰੂ ਜੀ ਕਹਿੰਦੇ ਮੈਂ ਤਾਂ ਵਾਰਨੇ ਜਾਂਦਾ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਗੁਰਬਾਣੀ ਦਾ ਸ਼ਬਦ ਮਨ 'ਚ ਵਸਾਉਂਦੇ। ਅਤੇ ਹੁਣ ਤੁਸੀਂ ਅੱਗੇ ਅੰਦਾਜ਼ਾ ਆਪੇ ਲਾ ਲਿਓ ਕਿ ਕਿਹੜੀ ਚੀਜ਼ ਦੀ ਕਮੀ ਗੁਰੂ ਅਮਰਦਾਸ ਉਸ ਬੰਦੇ ਨੂੰ ਰਹਿਣ ਦੇ ਦੇਣਗੇ ਜਿਹਦੇ ਹਿਰਦੇ 'ਚ ਗੁਰਬਾਣੀ ਵਸਦੀ ਹੈ। ਕੋਈ ਘਾਟ ਰਹਿ ਜਾਏਗੀ ਉੱਥੇ? ਨਹੀਂ ਰਹੇਗੀ, ਰਹਿੰਦੀ ਨਹੀਂ। ਗੁਰੂ ਆਪਣਾ ਆਪਾ ਸਭ ਕੁਝ ਉਸ ਸਿੱਖ ਦੇ ਅੱਗੇ ਰੱਖ ਦਿੰਦਾ ਹੈ। ਸ਼ਬਦ ਸੂਝੈ ਤਾਂ ਮਨ ਸਿਉ ਲੂਝੈ। ਕਹਿੰਦੇ ਜਦੋਂ ਸ਼ਬਦ ਦੀ ਸਮਝ ਪੈ ਜਾਂਦੀ, ਗੁਰਬਾਣੀ ਦੀ ਸੋਝੀ ਆ ਜਾਂਦੀ ਕਿ ਗੁਰਬਾਣੀ ਸਭ ਤੋਂ ਉੱਤਮ ਹੈ, ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ। ਜਦੋਂ ਗੁਰਬਾਣੀ ਦੀ ਸਮਝ ਪੈ ਜਾਏ, ਸਤਿਕਾਰ ਬਣ ਜਾਏ, ਗੁਰਬਾਣੀ ਮਨ 'ਚ ਵਸ ਜਾਏ, ਸੋਝੀ ਆ ਜਾਏ ਗੁਰਬਾਣੀ ਅਨੁਸਾਰ, ਤਾਂ ਮਨ ਸਿਉ ਲੂਝੈ। ਕਹਿੰਦੇ ਫਿਰ ਬੰਦੇ 'ਚ ਆਪਣੇ ਮਨ ਨਾਲ ਲੜਨ ਦੀ ਤਾਕਤ ਆ ਜਾਂਦੀ ਹੈ। ਗੁਰਬਾਣੀ ਨਾਲ ਜੁੜਿਆ ਬੰਦਾ ਮਨ ਨਾਲ ਉਹਦੇ ਗਲਤ ਫੁਰਨਿਆਂ 'ਤੇ ਜਿੱਤ ਪਾ ਲੈਂਦਾ। ਸੌਖਾ ਨਹੀਂ ਮਨ 'ਤੇ ਕਾਬੂ ਪਾਉਣਾ।
पर गुरबाणी नाल जुड़िया पा लैंदा। हरेक बंदे दे वस नहीं आउंदा। भरथरी हरी जोगी राजा सी, जोगी बन गया, राज छड़ दिता, राणियां छड़ दित्तियां, बराग हो गया। बराग होया, कई राणियां सी, एक पिंगला नामी राणी सी उहदी। जिस जगह एक किले विच भरथरी रहिंदा सी, ਉਹ यूपी विच किला है, चुनार दा किला। वो किला मैं वेख्या यूपी च, जिथे ਉਹਦੀ भरथरी हरी दी बनी है ना नदी के कंढे ते, वो मैं वेख के आया। चलो वो भरथरी बड़ा पहला तो है सी राजा, राणी पिंगला ने ਉਹਦੇ ਨਾਲ किते कह लो धोखा किया, बेवफाई की। ਉਹਨੂੰ ਇੰਨਾ मन ਨੂੰ ਲੱਗਾ कि सारा कुछ छड्डता, राज भी छड़ दिता, जोगियां दा चेला बन गया, कन्न पड़ा ले। राज भाग छड्डना सौखा कि सब कुछ छड्ड छड़ा के साध संगत जोगी बन गया, साधां दा चेला बन गया, योगियां दी मंडली च घूमण लग पिया। एक दिन रात जी नूं तुरिया जांदा, चंद्रमा दी चाननी, रात मिट्टी पई, मिट्टी दे विच लाल लाल कुछ चमकिया। ਉਹਦੇ मन च आया भी लाल पिया खरे, लाल ते लाल पिया। उन्हें एकदम हथ मारिया, लाल नहीं सी, वो किसी ने पान खा के ते थुक्या सी, ते हथ जदों लाया तो हथ भर गए गंदे नाल। मुड़ के हथ धोंदा फिरे ते बड़ा पछताया बाद च। उन्हें एक ग्रंथ लिखिया है, ग्रंथ उहदे 3 है, बड़े कमाल दे, संस्कृत के ग्रंथ है। मेरे को 3 ही है, मेरे वो सबजैक्ट विच सन शास्त्री दे 3 संस्कृत दे है। वो की है, एक दा नीति शतक, एक दा श्रृंगार शतक, एक दा वैराग्य शतक। नीति शतक च राजियां लई नीति है, जिंदगी की नीति है, किवें जिउणा किवें रहना। श्रृंगार शतक विच श्रृंगार दीयां गल्लां ने, औरत दीयां, सुहप्पण दीयां सारियां चीज़ां ने। ते वैराग शतक विच वैराग दे शतक कहंदे 100 दोहरे आ। वो टकसाल च भी पढ़ाए जाते हैं। जदों असीं पढ़दे सी उदों सानूं पढ़ाया सी, पर वो ब्रिज भाषा च सी उदों जिहड़ा पढ़ाया सी सानूं, ब्रिज भाषा का ग्रंथ सी। बाद चों संस्कृत विच पढ़िया सी। वो ब्रिज भाषा का ग्रंथ भी सी। वो वैराग शतक लिखिया ना, जोगी बनने तो बाद वैराग लिखिया उन्हें। उहदे च वैराग हुंदा की है, वैरागी की हुंदा है। उहदे च उहने लिखी है गल कि कहंदा सब कुछ घर बार भी छड्ड लिया, सब कुछ छड्ड लिया, सखियां दे राणियां दे महल सन वो भी छड्ड ले, डोले सन वो भी छड्ड ले, पर हजे मन नहीं जित्या गया। कहना रे मन भोले लाल के भरे पीक संहात। कहंदे मना भलेखे नाल ना लाल दे पता नहीं खजाने च किन्ने क लाल छड्डिया आया, वो कोई घट सी घाट सी उहनूं, पर मन इन्ना चंचल है, इन्ना तेज है, वो सारा कुछ छड्ड के आके भी फिर जाके गंदगी च हथ मराता। उन्हें उसे ग्रंथ च एक गल होर लिखी है, कहंदा मन रिप जीते सब रिप जीते। रिप कहंदे दुश्मन नूं। कहंदा जिन्हें बंदे ने मन रिप जीते सब रिप जीते, जेड़े बंदे दा मन रूपी रिप जणी दुश्मन जीते जणी जिउंदा है। सुनो, सब रिप जीते उहदे सारे ही दुश्मन जिउंदे आ। जिहदा मन जिउंदा है ना, हजे मन रूप ये भी दुश्मन है बंदे दा, उहदे सारे दुश्मन जिउंदे आ।
ਤੇ ਨਾਲ ਉਹਨੇ ਆਖਿਆ ਮਨ ਰਿਪ ਜੀਤੇ ਸਭ ਰਿਪ ਜੀਤੇ। ਜੀਤੇ ਦੇ ਦੋ ਅਰਥ ਨੇ, ਪਹਿਲਾ ਜਿਉਂਦਾ, ਜੀਤੇ ਦੂਜੇ ਦਾ ਜਿੱਤਣਾ। ਕਹਿੰਦਾ ਮਨ ਰਿਪ ਜੀਤੇ, ਜਿਹਨੇ ਮਨ ਦੁਸ਼ਮਣ ਨੂੰ ਜਿੱਤ ਲਿਆ। ਸਭ ਰਿਪ ਜੀਤੇ, ਉਹਨੇ ਸਾਰੇ ਦੁਸ਼ਮਣ ਜਿੱਤ ਲਏ, ਉਹਦਾ ਕੋਈ ਦੁਸ਼ਮਣ ਬਾਕੀ ਨਹੀਂ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ। ਬਾਣੀ ਨੇ ਕਹਿ ਦਿੱਤਾ ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਦੀ ਤਾਂ ਸਾਰੀ ਖੇਡ ਹੈ। ਜੇ ਗੁਰਸਿੱਖਾਂ ਦੇ ਨੇ ਆਪਣੇ ਮਨ ਨੂੰ ਇੰਨਾ ਸਾਧ ਲਿਆ। ਗੁਰੂ ਕਲਗੀਧਰ ਮਹਾਰਾਜ ਦੇ ਸਮੇਂ ਦੋ ਗੁਰਸਿੱਖ ਸਨ, ਪਤੀ ਪਤਨੀ ਸੋਹਣਾ ਤੇ ਮੋਹਣਾ ਉਹਨਾਂ ਦਾ ਨਾਮ ਆਉਂਦਾ ਹੈ। ਦੋਵੇਂ ਤੁਰੇ ਜਾਂਦੇ ਸਨ, ਪਤੀ ਅੱਗੇ ਅੱਗੇ ਸੀ। ਉਹਨੇ ਵੇਖਿਆ ਕਿ ਰਸਤੇ ਵਿੱਚ ਸੋਨਾ ਪਿਆ, ਧਿਆਨ ਦੇਣਾ, ਸੋਨਾ ਪਿਆ। ਜਾਂਦੇ ਜਾਂਦੇ ਦਾ ਨਿਗਾਹ ਸੋਨੇ 'ਤੇ ਪੈ ਗਈ ਤੇ ਉਹਨੇ ਸੋਨੇ ਦੇ ਉੱਤੇ ਮਿੱਟੀ ਪਾ ਦਿੱਤੀ। ਘਰ ਵਾਲੀ ਥੋੜ੍ਹੀ ਜਿਹੀ ਪਿੱਛੇ ਆ ਰਹੀ ਸੀ, ਕੋਈ ਫੁੱਲ ਫਲ ਜੇ ਤੋੜ ਰਹੀ ਸੀ ਮਹਾਰਾਜ ਨੂੰ ਭੇਟ ਕਰਨ ਵਾਸਤੇ, ਤੇ ਵੀ ਉਹਦੀ ਨਿਗਾਹ ਨਾ ਪਵੇ ਕਿਤੇ ਤਾਂ ਮਨ ਨਾ ਡੋਲ ਜਾਵੇ। ਸੋਨਾ ਵੇਖ ਕੇ ਮਿੱਟੀ ਪਾ ਦਿੱਤੀ। ਇਤਨੇ ਨੂੰ ਉਹ ਵੀ ਆ ਗਈ ਤੇ ਅੱਗੇ ਲੰਘ ਗਿਆ। ਪੁੱਛਣ ਲੱਗੀ, ਕਹਿੰਦੀ ਉੱਥੇ ਕੀ ਕਰਦੇ ਸੀ ਮਿੱਟੀ? ਝੂਠ ਤੇ ਬੋਲਦੇ ਨਹੀਂ ਹੁੰਦੇ ਗੁਰਮੁਖ। ਉਹ ਕਹਿਣ ਲੱਗਾ, ਕਹਿੰਦਾ ਜੀ ਦਰਅਸਲ ਗੱਲ ਇਹ ਹੈ, ਭਗਵਾਨ ਨੇ ਉੱਥੇ ਸੋਨਾ ਪਿਆ ਸੀ, ਮੇਰੇ ਮਨ 'ਚ ਹੀ ਵੀ ਤੇਰਾ ਮਨ ਨਾ ਦੇਖ ਕੇ ਡੋਲ ਜੇ, ਕਿਤੇ ਚੱਕਣ ਦੀ ਸੋਚੇ, ਮੈਂ ਮਿੱਟੀ ਪਾਈ ਉਹਦੇ ਉੱਤੇ। ਅੱਗੋਂ ਹੱਸ ਕੇ ਕਹਿੰਦੀ ਇਹ ਕੀ ਕੀਤਾ? ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਸੀ? ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਉਹਦੀ ਉਹ ਤੋਂ ਵੀ ਚੜ੍ਹਦੀ ਕਲਾ ਵਾਲੀ ਅਵਸਥਾ ਸੀ। ਕਹਿੰਦੀ ਮਿੱਟੀ ਉਹ ਸੀ, ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਸੀ? ਚਲੋ ਕੋਈ ਨਾ, ਪਾ ਦਿੱਤੀ, ਅੱਗੇ ਨੂੰ ਨਹੀਂ ਪਾਉਣੀ। ਜਿਹਨੇ ਮਨ ਨੂੰ ਜਿੱਤ ਲਿਆ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਉਂ ਮਹਾਰਾਜ ਕਹਿੰਦੇ ਨੇ ਜਦੋਂ ਸ਼ਬਦ ਨਾਲ ਸਮਝ ਪੈਂਦੀ ਨਾ, ਫਿਰ ਮਨ ਸਿਉ ਲੂਝੈ, ਫਿਰ ਮਨ ਨਾਲ ਜੰਗ ਕਰਨ ਦੇ ਕਾਬਲ ਹੋ ਜਾਂਦਾ ਹੈ। ਆਮ ਬੰਦਾ ਦੁਨੀਆ ਨਾਲ ਜੰਗ ਕਰ ਲੂ, ਪਰ ਮਨ ਨਹੀਂ ਜਿੱਤਿਆ ਜਾਂਦਾ। ਮਨ ਨੂੰ ਜਿੱਤਣਾ ਸਭ ਤੋਂ ਔਖਾ ਹੈ। ਮਨ ਦਾ ਪਤਾ ਨਹੀਂ, ਲੱਖ ਵਾਰ ਦੇਵੇ ਤੇ ਕੌਡੀ ਤੇ ਬੇਈਮਾਨ ਹੋ ਜਾਏ। ਮਨ ਇੰਨਾ ਚੰਚਲ ਟੇਢਾ ਹੈ, ਭੈੜਾ ਹੈ, ਇਹਦਾ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਪੌੜੀ ਤੋਂ ਫਿਸਲ ਜਾਏ। ਇਸ ਲਈ ਗੁਰਬਾਣੀ ਦਾ ਸਾਰੀ ਜ਼ਿੰਦਗੀ ਆਸਰਾ ਰਹਿਣਾ ਚਾਹੀਦਾ ਗੁਰਸਿੱਖ ਨੂੰ। ਮਾਣ ਨਹੀਂ ਕਰਨਾ। ਇੱਕ ਮਹਾਂਪੁਰਸ਼ ਹੋਏ ਨੇ ਖਾਲਸਾ ਪੰਥ ਵਿੱਚ, ਸੰਤ ਬਾਬਾ ਖੁਦਾ ਸਿੰਘ ਉਹਨਾਂ ਦਾ ਨਾਮ ਆਉਂਦਾ ਹੈ। ਮਹਾਂਪੁਰਸ਼ਾਂ ਦੇ ਜੀਵਨ ਦੀ ਘਟਨਾ ਮੈਂ ਪੜ੍ਹੀ, ਮੇਰੇ ਕੋਲ ਉਹਨਾਂ ਦੀ ਜੀਵਨੀ ਪਈ ਹੈ, ਬੜੀ ਸਾਂਭ ਕੇ ਰੱਖੀ ਆ। ਮੈਨੂੰ ਦਿੱਲੀ ਤੋਂ ਇੱਕ ਮਹਾਂਪੁਰਸ਼ ਸਨ, ਮਸਤਾਨਾ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਸਨ। ਮੈਂ ਤਾਂ ਕਦੇ ਮਿਲਿਆ ਨਹੀਂ ਸੀ, ਮੈਨੂੰ ਸੁਨੇਹਾ ਭੇਜਿਆ ਉਹਨਾਂ ਨੇ ਦਿੱਲੀ ਤੋਂ, ਕਹਿੰਦੇ ਤੇਰਾ ਕੋਈ ਇਮਾਨਤ ਪਈ ਮੇਰੇ ਕੋਲ। ਅਤੇ ਮੈਂ ਕਿਹਾ ਵੀ ਮੈਂ ਤਾਂ ਕਦੇ ਮਿਲਿਆ ਨਹੀਂ ਤੁਹਾਨੂੰ, ਚਲੋ ਮੈਂ ਚਲਾ ਗਿਆ। ਮੈਨੂੰ ਕਹਿੰਦੇ ਗੱਡੀ ਕਰਵਾ ਲਓ ਵੱਡੀ, ਅਤੇ ਮੈਂ ਕਿਹਾ ਕੀ ਕਰਨਾ, ਮੇਰੇ ਕੋਲ ਗੱਡੀ ਹੈਗੀ। ਕਹਿੰਦੇ ਨਾ ਵੱਡੀ ਕਰਵਾ ਲਓ। ਵੱਡੀ ਟੈਂਕਰ ਜਿਹਾ ਕਰਾ ਲਿਆ, ਬੁਲਾ ਲਈ। ਉਹਨਾਂ ਗ੍ਰੰਥ ਪਏ ਸੀ ਉਹਨਾਂ ਕੋਲ ਪੁਰਾਣੇ, ਉਹ ਜਿੰਨੇ ਪੁਰਾਤਨ ਗ੍ਰੰਥ ਸੀ ਸਾਰੇ ਚੱਕ ਕੇ, ਮੈਂ ਕਿਹਾ ਗ੍ਰੰਥ ਦੇਣੇ ਆ? ਹਾਂ, ਸਾਰੇ ਦੇ ਦਿੱਤੇ ਮੈਨੂੰ। ਕਹਿੰਦੇ ਤੈਨੂੰ ਦੇਣੇ ਸੀ। ਮੈਂ ਪੁੱਛਦਾ ਰਹਿਣਾ ਮੇਰੇ ਕਿੱਦਾਂ ਹੋਏ, ਹਜੇ ਤੱਕ ਤਾਂ ਦੱਸਿਆ ਨਹੀਂ। ਕਹਿੰਦੇ ਤੈਨੂੰ ਦੇਣੇ ਸੀ, ਬਸ ਰੱਖ ਲੈ। ਉਹਨਾਂ 'ਚ ਇੱਕ ਬੜੀਆਂ ਕੀਮਤੀ ਜੀਵਨੀਆਂ ਲੱਭੀਆਂ ਨੇ ਮੈਨੂੰ, ਕਿਤੇ ਮਿਲਦੀਆਂ ਨਹੀਂ, ਉਹ ਮੇਰੇ ਕੋਲ ਹੈ ਸਾਹਮਣੇ। ਉਹਨਾਂ 'ਚ ਸੰਤ ਬਾਬਾ ਖੁਦਾ ਸਿੰਘ ਜੀ ਦਾ ਜੀਵਨ ਹੈ, ਬੜਾ ਪਿਆਰਾ ਗ੍ਰੰਥ, ਤੇ ਬਹੁਤ ਪੁਰਾਤਨ ਹੈ। ਉਹਦੇ 'ਚ ਇੱਕ ਘਟਨਾ ਆਉਂਦੀ ਕਿ ਮਹਾਂਪੁਰਸ਼ਾਂ ਦੇ ਜੀਵਨ ਦੀ, ਅਤੇ ਪਹਿਲਾਂ ਤਾਂ ਮੈਂ ਸੁਣੀ ਸੀ, ਉਹਦਾ ਨਾਂ ਨਹੀਂ ਸੀ ਉਹ ਵੀ ਕਿਹਦੀ ਹੈ, ਪਰ ਉਹਦੇ 'ਚ ਨਾਮ ਬਾਏ ਨੇਮ ਆਉਂਦੀ ਆ ਕਿ ਉਹ ਇੱਕ ਕੋਈ ਔਰਤ ਜਾਂਦੀ ਸੀ ਅਤੇ ਉਹ ਪੁੱਛਿਆ ਕਰਦੀ ਮਹਾਂਪੁਰਸ਼ਾਂ ਨੂੰ, ਲੰਘਦੀ ਬਾਬਾ ਕੁੱਤਾ ਘੁਮਾਉਂਦੀ ਸੀ ਅਤੇ ਕਹਿੰਦੀ ਹੁੰਦੀ ਸੀ ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ? ਇੱਦਾਂ ਪੁੱਛਦੀ ਸੀ। ਕਈਆਂ ਦਾ ਸੁਭਾਅ ਹੁੰਦਾ, ਉਹ ਇੱਦਾਂ ਪੁੱਛਿਆ ਕਰੇ, ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ? ਉਹਨਾਂ ਮਹਾਂਪੁਰਸ਼ਾਂ ਨੇ
ਉਹਨੂੰ ਜਵਾਬ ਨਾ ਦੇਣਾ, ਹੱਸ ਕੇ ਗੱਲ ਟਾਲ ਦੇਣੀ। ਇੱਕ ਵਾਰ ਕਹਿੰਦੇ ਆਖਰ ਸਮਾਂ ਸੀ ਜਦੋਂ, ਉਦੋਂ ਉਹਨਾਂ ਆਖਿਆ ਉਹਨੂੰ ਬੀਬੀ ਨੂੰ ਬੁਲਾ ਕੇ ਲਿਆਓ। ਸੇਵਕ ਕਹਿੰਦੇ ਮਹਾਰਾਜ ਉਹ ਤਾਂ ਬੋਲਦੀ ਇੱਦਾਂ ਦੀ ਵਾ, ਕਿਉਂਕਿ ਰਾਜਨੀਤੀ ਦਾ ਗ੍ਰੰਥ ਚਾਣਕੇ ਕਹਿੰਦਾ ਦੁਸ਼ਟ ਨਾਰ ਕੇ ਬੋਲਤੇ ਸੱਠ ਕੋ ਸਿੱਖਿਆ ਦੇ, ਮੂਰਖ ਕੀ ਸੰਗਤ ਕੀਏ ਪੰਡਿਤ ਵੀ ਦੁਖ ਲੈ। ਤਿੰਨ ਹਸਤੀਆਂ ਐਡੀਆਂ ਮਹਾਨ ਨੇ ਇਸ ਧਰਤੀ 'ਤੇ, ਜੇ ਉਹਨਾਂ ਦੀ ਸੰਗਤ ਕੋਈ ਵਿਦਵਾਨ ਵੀ ਕਰੂ ਤਾਂ ਪਛਤਾਊਗਾ। ਸਮਝ ਗਏ? ਇੱਕ ਤਾਂ ਮੂੰਹ ਪੱਟ ਜਨਾਨੀ, ਦੁਸ਼ਟ ਨਾਰ, ਉਹਦਾ ਪਤਾ ਨਹੀਂ ਕੀ ਬੋਲ ਦੇਵੇ ਤੇ ਕੀ ਲਾਂਛਣ ਲਾ ਦੇਵੇ। ਦੁਸ਼ਟ ਨਾਰ ਕੇ ਬੋਲ ਤੇ ਸੱਠ ਕੋ ਸਿੱਖਿਆ ਦੇ। ਇੱਕ ਮੂਰਖ ਨੂੰ ਸਮਝਾਉਣਾ, ਨਿੰਦਕ ਕੀ ਸੰਗਤ ਕੀਏ। ਮੂਰਖ ਨੂੰ ਸਮਝਾਉਣਾ, ਸਮਝਾਉਂਦਿਆਂ ਨਹੀਂ ਪਤਾ ਕੀ ਕਰ ਦਵੇ। ਤੀਜਾ ਨਿੰਦਕ ਕੀ ਸੰਗਤ ਕੀ, ਨਿੰਦਕ ਬੰਦੇ ਦੀ ਸੰਗਤ ਕਰਨੀ। ਜੇ ਇਹ ਤਿੰਨ ਚੀਜ਼ਾਂ ਕਰਨ ਲੱਗ ਪਏ, ਪੰਡਿਤ ਵੀ ਦੁੱਖ ਲੈ। ਆਮ ਬੰਦੇ ਨੂੰ ਤੇ ਛੱਡੋ, ਕੋਈ ਵਿਦਵਾਨ ਵੀ ਹੋਵੇ ਉਹ ਵੀ ਦੁਖੀ ਹੋਊਗਾ, ਅੰਤ ਨੂੰ ਮੱਥੇ 'ਤੇ ਹੱਥ ਮਾਰੂ, ਉਹ ਮੇਰਾ ਬੇੜਾ ਖੁੰਝ ਗਿਆ, ਮੈਂ ਕੀ ਕੀਤਾ, ਇਹੋ ਜਿਹਾ ਗਲਤ ਕਦਮ ਪੁੱਟ ਬੈਠਾ। ਉਹ ਸੰਗਤ ਵਾਲੇ ਕਹਿਣ ਲੱਗੇ, ਕਹਿੰਦੇ ਜੀ ਉਹ ਬੀਬੀ ਦਾ ਤਾਂ ਸੁਭਾਅ ਇੱਦਾਂ ਦਾ ਹੀ ਹੈ, ਪਤਾ ਨਹੀਂ ਕੀ ਬੋਲ ਦਿੰਦੀ ਮੂੰਹੋਂ, ਤੁਸੀਂ ਕਾਹਨੂੰ ਸੱਦਦੇ ਹੋ? ਕਹਿੰਦੇ ਨਾ ਲਿਆਓ, ਕੋਈ ਨਹੀਂ। ਬ੍ਰਹਮ ਗਿਆਨੀ ਨੂੰ ਨਹੀਂ ਡਰ ਹੁੰਦਾ ਕਿਸੇ ਦਾ, ਸਾਧੂ ਨੂੰ, ਸੰਤ ਨੂੰ ਨਹੀਂ ਹੁੰਦਾ। ਇਹ ਪੰਡਿਤ ਵਿਦਵਾਨਾਂ ਤੱਕ ਡਰ ਹੁੰਦਾ, ਪਰ ਰੱਬ ਨੂੰ ਕਾਹਦਾ ਡਰ? ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ। ਕਹਿੰਦੇ ਲਿਆਓ ਤੇ ਸਹੀ। ਲਿਆਂਦੀ ਬੀਬੀ, ਬੁਲਾ ਲੈਂਦੀ। ਕਹਿੰਦੇ ਹਾਂ ਬੀਬੀ ਹੁਣ ਪੁੱਛ, ਸਵਾਲ ਕੀ ਪੁੱਛਦੀ ਹੁੰਦੀ? ਹੱਸ ਕੇ ਅੱਗੋਂ ਕਹਿਣ ਲੱਗੀ, ਕਹਿੰਦੀ ਬਾਬਾ ਤੇਰੀ ਦਾੜੀ ਚੰਗੀ ਜਾਂ ਮੇਰੇ ਕੁੱਤੇ ਦੀ ਪੂੰਛ? ਸੰਤਾਂ ਨੇ ਦਾੜੀ 'ਤੇ ਹੱਥ ਮਾਰ ਕੇ ਨਾ ਕਹਿੰਦੇ ਲੈ ਬੀਬਾ ਦੱਸਦਾ, ਮੇਰੀ ਦਾੜੀ ਚੰਗੀ ਹੈ। ਉਹ ਕਹਿਣ ਲੱਗੀ ਇਹ ਗੱਲ ਇਹ ਕਹਿਣੀ ਸੀ ਤਾਂ ਇੰਨੇ ਦਿਨ ਪਹਿਲਾਂ ਹੀ ਕਹਿ ਦੇਣੀ ਸੀ, ਅੱਜ ਕਾਹਨੂੰ ਕਹੀ? ਕਿੰਨੇ ਮਹੀਨੇ ਪਹਿਲਾਂ, ਜਿੱਦਣ ਪਹਿਲੇ ਦਿਨ ਪੁੱਛਿਆ ਸੀ ਉਦਣ ਹੀ ਕਹਿ ਦਿੰਦਾ, ਮੈਨੂੰ ਪਤਾ ਹੀ ਸੀ ਤੂੰ ਹੀ ਕਹੇਂਗਾ ਮੇਰੀ ਦਾੜੀ ਚੰਗੀ। ਕਹਿੰਦੇ ਨਾ ਉਦਣ ਨਹੀਂ, ਅੱਜ ਕਹਿ ਸਕਦਾ। ਕਹਿੰਦੀ ਇਹ 'ਚ ਕੀ ਭੇਦ ਹੈ? ਉਹ ਕਹਿੰਦਾ ਹਜੇ ਦਿਨ ਜ਼ਿੰਦਗੀ ਦੇ ਆ ਬਾਕੀ ਸੀ, ਅੱਜ ਨਹੀਂ ਬਾਕੀ, ਅੱਜ ਚੱਲਿਆ। ਅੱਜ ਆ ਚੋਲਾ ਚਿੱਟਾ ਬੇਦਾਗ ਲੈ ਚੱਲਿਆ, ਅੱਜ ਕਹਿ ਸਕਦਾ ਕਿ ਮੇਰੀ ਦਾੜੀ ਚੰਗੀ। ਪਰ ਉਸ ਦਿਨ ਮੈਂ ਕਹਿੰਦਾ ਜ਼ਿੰਦਗੀ ਦੇ ਕੁਝ ਦਿਨ ਬਾਕੀ ਸੀ, ਪਤਾ ਨਹੀਂ ਕਿਹੜੇ ਦਿਨ ਕੀ ਹੋ ਜਾਂਦਾ ਅਤੇ ਮੇਰਾ ਕਥਨ ਚੰਗਾ ਹੁੰਦਾ, ਇਹ ਦਾੜੀ ਨੂੰ ਦਾਗ ਲਵਾ ਲੈਂਦਾ ਮੈਂ। ਬਾਣੀ 'ਚ ਲਿਖਿਆ ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੂ ਕਿਆ ਹੋਏ। ਜ਼ਿੰਦਗੀ ਦੀ ਨੌਕਾ, ਜ਼ਿੰਦਗੀ ਦੀ ਬੇੜੀ ਸਮੁੰਦਰ 'ਚ ਹੈ, ਪਤਾ ਨਹੀਂ ਕਿਹੜੇ ਵੇਲੇ ਕਿਹੜੀ ਲਹਿਰ ਆਵੇ ਅਤੇ ਬੇੜੀ ਨੂੰ, ਕਿਸ਼ਤੀ ਨੂੰ ਮੁੱਧੀ ਮਾਰ ਦੇਵੇ ਅਤੇ ਵਿੱਚ ਦੂਜਿਆਂ ਨੂੰ ਆਵਾਜ਼ਾਂ ਮਾਰੀਏ, ਦੇਖੋ ਕੱਢ ਲਓ। ਦੂਜਿਆਂ ਨੂੰ ਕਿਨਾਰੇ ਲਾਉਣ ਵਾਲੇ ਕਈ ਵਾਰੀ ਡੁੱਬ ਜਾਂਦੇ ਆ। ਬਾਣੀ 'ਚ ਲਿਖਿਆ, ਬਾਬੇ ਨਾਨਕ ਦੀ ਬਾਣੀ 12 ਤੇ ਵਧੀਕ 'ਚ ਪੜ੍ਹੋ। ਕਹਿੰਦੇ ਜੇ ਤੂੰ ਤਾਰੂ ਪਾਣ ਤਿਉ ਪੁੱਛ ਤਿੜਨ ਕੱਲ, ਤਾਹੂੰ ਖਰੇ ਸੁਜਾਨ ਵੰਝਾਂ ਇੰਨੀ ਕਪਰੀ। ਕਹਿੰਦੇ ਜੇ ਤੂੰ ਪਾਣੀਆਂ ਦਾ ਤਾਰੂ ਵੀ ਬਣ ਗਿਆ ਨਾ, ਤਰਾਕ, ਤਾਂ ਵੀ ਦੂਜਿਆਂ ਸਿਆਣਿਆਂ ਦੀ ਰਾਏ ਲੈ ਕੇ ਚੱਲੀ। ਸਮੁੰਦਰ ਦਾ ਕੋਈ ਪਤਾ ਨਹੀਂ, ਕਿਸੇ ਨੂੰ ਭੇਦ ਨਹੀਂ ਆਇਆ ਅੱਜ ਤੱਕ। ਤੇਰੇ ਨਾਲੋਂ ਕਈ ਗੁਣਾ ਸਿਆਣੇ ਇਹਨਾਂ ਲਹਿਰਾਂ ਨੇ ਡੋਬ ਦਿੱਤੇ, ਡੁੱਬ ਗਏ, ਰੁੜ ਗਏ। ਵੇਖੀ ਕਿਤੇ ਰੁੜ ਨਾ ਜਾਈ, ਮਾਣ ਨਾ ਕਰ ਲਈ। ਮਨ ਹੁਣ ਇਹਨਾਂ ਦਾ ਉਦਾਹਰਨਾਂ ਦਾ ਮਤਲਬ, ਇਹਨਾਂ ਦਾ ਇਹ ਅਰਥ ਨਿਕਲਦਾ ਵੀ ਮਨ 'ਤੇ ਯਕੀਨ ਨਹੀਂ ਕੀਤਾ ਜਾਂਦਾ। ਇਹ ਤਾਂ ਲਾਸਟ ਤੱਕ, ਆਖਰ ਤੱਕ ਵੀ ਇਹ ਸੱਪ ਦੀ ਤਰ੍ਹਾਂ ਮਰਨ ਤੋਂ, ਜਿਵੇਂ ਮਰਨ ਤੋਂ ਬਾਅਦ ਵੀ ਕਾਫੀ ਟਾਈਮ ਵੱਟ ਜੇ ਖਾਈ ਜਾਂਦਾ ਨਾ, ਇਹਨੂੰ ਮਹਾਂਪੁਰਸ਼ਾਂ ਨੇ ਡੱਡੂ ਨਾਲ ਤਸ਼ਬੀਹ ਦਿੱਤੀ ਹੈ ਸਾਰ ਕਿਤਾਬਲੀ ਵਿੱਚ। ਉਹ ਜਿਵੇਂ ਡੱਡੂ ਮਰ ਵੀ ਜਾਏ ਨਾ, ਉਹਦੀ ਚਮੜੀ ਸੁੱਕ ਜਾਏ, ਦੇਖੋ ਸੁਣ ਲਓ, ਉਹਦੀ ਰਾਖ ਵੀ ਬਣ ਜਾਏ ਡੱਡੂ ਦੀ, ਉਹ ਮਰਦਾ ਮੁਰਦਾ ਨਹੀਂ ਇੱਦਾਂ ਦਾ। ਉਹ ਜਦੋਂ ਤੇ ਪਾਣੀ ਪੈਂਦਾ ਨਾ ਸਾਉਣ ਦਾ, ਉਹ ਰਾਖ 'ਚੋਂ, ਉਹਦੀ 'ਚੋਂ ਮਿੱਟੀ 'ਚੋਂ ਉਨੀਆਂ ਹੀ ਡੱਡੀਆਂ ਜੰਮ ਜਾਂਦੀਆਂ। ਫਿਰ ਆਹ ਹਾਲਤ ਹੈ ਇਹਦੀ।
ये तो जवां ही आखो ना भी बहुत निर्माण बन गया, ये वर्गा सेवक नहीं। सेवको फिर भी नत्थ पा के रखो बाणी दी, शब्द दी, ਇਹਦਾ कोई पता नहीं किहड़े वेले मुड़ फंकारा मार दे। इसलिए शब्द सूझा तो मन स्यों लूझा। जदों साध संगत शब्द इदों वधिया कोई रस्ता नहीं गुरबाणी दे शब्द तो वधिया। गुरु अमरदास जी कहते जदों शब्द की समझ लग जाएगी तो फिर मन के बराबर खड़न जोगे, मन नाल लूझण जोगे हो जाओगे। नहीं तो मन के पिछे पिछे घूमते फिरते हैं, जिवें बकरी के पिछे लेला तुरया फिरदा ना भेड़ के पिछे, इउं बंदा मन के पिछे तुरया फिरदा है। पर जदों शब्द नाल जुड़दा है फिर मन नूं कहण जोगा, हाँ किधर चलना है, की कर रहे हैं, भटकदा क्यों है। ये भी तो अवस्था ही है। कई कहते जी जदों मैं बाणी पढ़दा मेरा मन भज जाता है। वो चंगी गल है, तेनों पता तो लगन लग गया मन भजदा है। अज तेनों ये गल दी समझ हो गई कि मन भज गया। जिदन चोर का पता लग गया ना, चोर आ गया तो चल गया, फड़िया गया समझो। उन्ना समा ही चोर चोरी कर सकता जिन्ना समा उसकी समझ नहीं। जदों शब्द नाल जुड़ गए फिर मन की समझ पै गई। फिर मन सा मार समाणिया, फिर तो हुण मन के फुरने मारने हैं, मर जाते हैं। मन के फुरने उदने उदों ही मर जाते जदों उन्होंने देख लईए। मन उन्ना चिर संकल्प विकल्प करता, जां इउं कह लो सिमरती उपनिषद विच ते लिखे संकल्पो विकल्पा सा मना। मन कहते संकल्प ते विकल्प नूं ने, मन है ही संकल्प ते विकल्प। जदों टिक गया मन नहीं रह गया, फिर वो आत्मा शुद्ध चेतन विच भेद हो जाता है, वो आत्म रूप हो जाता है, वो मन नहीं रह जाता। गुर शब्द के राही मन सा मन के फुरनिया नूं मार लईदा ते गुरसिख अपने आत्मा परमात्मा विच समावणिया समा जाते आ, भेद हो जाते हैं। रहाओ विश्राम दे के समझाते। पंच दूत मोह है संसारा। पंज दूत दुनिया नूं संसार नूं मोह रहे आ। काम क्रोध लोभ मोह अहंकार। कहते संसार नूं लुट रहे आ, लुट्टी जाते रोज़ रोज़। मनमुख अंधा है, मनमुख अंधे सुध ना सारा। पर जेड़े मनमुख हैं अन्ने होए आ, अज्ञानता दे वस हैं, उन्होंने समझ भी नहीं पैंदी। बेहोश नशेड़ी बंदे नूं यह भी नहीं पता लगता मेरी जेब चों कोई की कट रहा। इउं जिहड़ा मनमुख है उन्होंने ये भी नहीं पता कि मेरे अंदरों शुभ गुणां नूं रोज़ लुट्टी जा रहे पंज दूत। गुरमुख होवै सो अपना घर रख है। जिहड़ा गुरमुख हुंदा गुरसिख हुंदा वो अपने घर दे अगे पहरेदार सोटा फड़ के डांग फड़ के खड़ जाता। उन्होंने पता है कि पंज दूत आउंदे आ। पंच दूत शब्द पचावने आ, गुर शब्द के राही पंजे दूतां नूं मार लैंदे आ। संत जरनैल सिंह कहंदे हुंदे सी, कहंदे जाग लो समा औखा आ रहा। कहंदे जी जागे तो होए आ, फ्रिज लियांदा जी, स्कूटर लियांदा जी, टैलीविजन लियांदा जी, अलमारी लियांदी। कहंदे जदों सानूं दुश्मन समझण वाले ने, समझो असीं नहीं किसी नूं दुश्मन समझते, पर सानूं दुश्मन समझण वाले ने जदों साडे ते हमला कीता, चढ़ के ही फौज, उदों फ्रिज मारोगे चक के अगले ते, स्कूटर का टायर खोल के मारोगे, शस्त्र रखो सोने तो सोना। ਜਿਹੜੇ ਤਾਂ जी हस के जे दंद जे कढ़ के सार गए उन्होंने नहीं मिले अज तक इंसाफ। तो जिहड़ियां ने उन्होंने मन के इंसाफ के आपे ही खालसा जज है, आपे ही धर्मराज है, तो जिहड़ा चढ़ के आया आपे ही शोधा लाना है, उन्हें शोध के भी रखते, उन्हों का वाल नहीं विंगा होया। अगले ने जदों एक बार ना तो साध संग जी अग कढ़नी चलदी है ना, तो यदा खड़का कायरां दे बुज़दिलां दे दिलां नूं कंबण ला दिंदा। जदों एक बार किते फैर निकलदा तो 100 बंदा पिछे भज जांदा। इहनूं चलाउण दी लोड़ नहीं पैंदी, मारन दी इहदा खड़का ही एडा हुंदा। पर वो बंदे हिफाजत विच रहे, महफूज रहे, जिहड़े जाग गए, जिन्हां गल नूं सुन लिया। जिहड़े नहीं सुन सके तो वह बाद विच साध संगत फिर पछतावा ही रहा।
इस लिए गुरमुख होवै सो अपना घर रख है। गुरमुख तां अपने घर की संभाल रखते हैं, उन्होंने पता है भी लुटेरे घूमते फिरते हैं। गुरमुख होवै सो अपना घर रख है। पंच दूत शब्द पचावणिया, वो पंजे दूतां नूं, अंदर दे दूत काम क्रोध लोभ मोह अहंकार ते बाहरी भी दुश्मन जिहड़े पैंदे आ उन्हां तो, ते गुरमुख बाणी पढ़न वाला अपने अंदरों जिहड़े गुप्त लुकमे पंज दूत ने उन्हां तो अपने आपे नूं बचा लैंदे ते पंजे दूतां नूं मार दिंदे आ। एक गुरमुख सदा सच्चा रंग राते, एक गुरमुख हमेशा सच्चे नाम विच रंगे रहिंदे। सहजे प्रभ सेवा अन दिन माते, रोज़ सहजे ही परमेश्वर का नाम जपदे ते उहदे च मस्त रहिंदे आ। मिल प्रीतम सच्चे गुण गावै, मिल के सतसंगत विच सच्चे परमेश्वर के गुण गाउंदे हन। हर दर शोभा पावणिया, ते अंत हरी दे दर ते दरगाह च भी शोभा पाउंदे हन। एकम एक आप उपाया, एक परमेश्वर वाहिगुरू ने अपने आप नूं आपे पैदा किया है। दुबदा दूजा त्रिविध माया, दुबदा विच फसिया होया बंदा त्रिविध तीन गुणा वाली माया विच फसिया रहिंदा है। चौथी पौड़ी गुरमुख उच्ची, गुरमुख जन तिन्ना गुणा तो रजो तमो सतो तो उत्ते उठ के परमेश्वर विच भेद रहिंदे, जिन्हों चौथी पौड़ी आख्या उच्ची है माया तो। सच्चो सच कमावणिया, वो सच्चे नाम नाल जुड़े हुए सच की कमाई करते हैं। सब है सच्चा जे सच्चे भावै, जे जीव सच्चे परमेश्वर नूं भा जाए तो फिर सारी जगह सच्चा वाहिगुरू दिसन लग जाता है। जिन सच जाता सो सहज समावै, जिन्हें सच नूं जान लिया वो सहजे ही परमेश्वर विच समा जाता है। गुरमुख पर करनी सच्चे सेवा, सच्चे जाए समावणिया। गुरमुखां दी करनी सच्ची है, वो सच्चे नूं दी सेवा करते हैं ते सच्चे परमेश्वर च भेद हुंदे समाउंदे हन। सच्चे वाजों को अवरनंदुआ, सच्चे वाहिगुरू तो बिना गुरसिख नूं कोई दूजा दृष्टि नहीं आउंदा। दूजा लाग जग खप खप मूआ, दूजे दुबदा च लग्या होया जीव खपदा है ते मरदा जांदा है। गुरमुख होवै सो एको जानै, जिहड़ा गुरमुख हुंदा है गुरमुख वो एक परमेश्वर नूं जान लैंदा है। एको सेव सुख पावणिया, एको दी सेवा करके ते सुख पाउंदा है। जी जंत सब शरण तुम्हारी है मेरे मालिक जी, जिन्ने जीव जंत हन सब तेरी शरण हन। सारे चल अचल जी आ जंत सब तेरी शरण विच हन। आपे धर देखा कच्ची पक्की सारी, आपे ही नरदा धरदा चौपड़ की खेड विच रखियां जांदियां, कच्चियां हुंदियां पक्कियां हुंदियां। वो सारी दी सारी सारी सिरजी हुई सृष्टि तू आपे ही बनाई। कच्चे पक्के जणी गुरमुख मनमुख सब नूं तू वेख रहा आपे, सब दी तैनूं समझ है। अन दिन आपे कार कराए, आपे ही सारे कारज गुरमुखां दे कर रहे हैं, सब कुछ वेख रहे हैं। आपे मेल मिला बनिया, गुरमुखां नूं आपे ही अपने नाल मिला लेना अते राह दसदा है। तू आपे मेलै वेखै हदूर, हे मेरे मालिक गुरसिखां नूं आपे ही अपने नाल मेलना है अते हमेशा वो गुरसिख तैनूं अपने हदूर हाज़र नाज़र वेखदे आ। हमेशा सब मैं आप रहा भरपूर, हे मेरे मालिक तू सारे जीवां विच परिपूर्ण है, हरेक जगह तू व्यापक है, वसिया होया है। आखिरी पंक्ति च की कह रहे सुनो, नानक आपे आप वरतै गुरमुख सोझी पावणिया। महाराज कहते आपे आप हरेक जगह वरत रहा है, पर गुरबाणी पढ़न वाले गुरमुख गुरसिखां नूं इह गल दी सोझी पैंदी है। ते जिहड़े गुरबाणी तो टुटे हुए ते ओह दुबदा च फसे हुए उन्हां नूं नहीं पता लगदा, पर जिहड़े गुरु नाल जुड़े साध संगत वो गुरमुखां नूं इह समझ है कि सबै घट राम बोलै, रामा बोलै, राम बिना को बोलै रे। सो इउं जिहड़े जीवन गुरसिੱਖੀ अनुसार जिउंदे उन्हां दे लोक सुखीए पर लोग सुहेले हो जाते हैं। इउं गुरु साहब ने शब्द अंदर बख्शिश की। शब्द की संपूर्णता, समय की समाप्ति हुई पुलों की खिमा बुलाओ फतेह।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।